ओशो ਦਾ ਪ੍ਰਵਚਨ ਹੈ ਪਿਛਲੇ ਜਨਮਾਂ ਦੀ ਯਾਦ। ਪ੍ਰਸ਼ਨ। ओशो ਬਾਂਦਰ ਤੋਂ ਆਦਮੀ ਦਾ ਵਿਕਾਸ ਹੋਇਆ ਇਹ ਤਾਂ ਗੱਲ ਸਮਝ 'ਚ ਆਉਂਦੀ ਹੈ, ਲੇਕਿਨ ਤੁਸੀਂ ਜੋ ਆਤਮਾ ਦੇ ਵਿਕਾਸ ਦੀ ਗੱਲ ਕਹਿੰਦੇ ਹੋ ਜ਼ਰਾ ਸਮਝ 'ਚ ਨਹੀਂ ਆਉਂਦੀ। ਇਸ ਵਿੱਚ ਸਮਝਣ ਦੀ ਗੱਲ ਹੀ ਕੋਈ ਜ਼ਿਆਦਾ ਨਹੀਂ ਹੈ। ਬਾਂਦਰ ਤੋਂ ਆਦਮੀ ਦੀ ਦੇਹ ਮਿਲੀ ਹੈ, ਇਹ ਵੀ ਤੁਹਾਨੂੰ ਕਿਵੇਂ ਸਮਝ 'ਚ ਆਉਂਦਾ ਹੈ? ਇਹ ਇਸ ਲਈ ਸਮਝ 'ਚ ਆਉਂਦਾ ਹੈ ਕਿ ਪਿੱਛੇ ਡਾਰਵਿਨ ਨੇ ਬਹੁਤ ਮਿਹਨਤ ਕੀਤੀ ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਰੀਰ ਦਾ ਜੋ ਵਿਕਾਸ ਹੈ, ਮਨੁੱਖ ਦੇ ਕੋਲ ਜੋ ਸਰੀਰ ਹੈ, ਉਹ ਸਰੀਰ ਬਾਂਦਰ ਦੇ ਕੋਲ ਜੋ ਸਰੀਰ ਹੈ ਉਸੇ ਦੀ ਹੀ ਅੱਗੇ ਦੀ ਕੜੀ ਹੈ। ਇਹ ਸਰੀਰ ਉਸ ਤੋਂ ਹੀ ਵਿਕਸਿਤ ਹੋ ਕੇ ਆਇਆ ਹੋਇਆ ਹੈ। ਇਹ ਤਾਂ ਅੱਧੀ ਗੱਲ ਹੋਈ। ਜੇ ਮਨੁੱਖ ਸਿਰਫ ਸਰੀਰ ਹੈ ਫਿਰ ਤਾਂ ਗੱਲ ਖਤਮ ਹੋ ਗਈ, ਲੇਕਿਨ ਮਨੁੱਖ ਜੇ ਆਤਮਾ ਵੀ ਹੈ ਜਿਵੇਂ ਕਿ ਹੈ, ਤਾਂ ਆਤਮਾ ਕਿਹੋ ਜਿਹੀ ਵਿਕਸਿਤ ਯਾਤਰਾ ਤੋਂ ਆ ਰਹੀ ਹੈ? ਪ੍ਰਕਿਰਤੀ ਵਿੱਚ ਬਹੁਤ ਤਲਾਂ ਉੱਤੇ ਬਹੁਤ ਤਰ੍ਹਾਂ ਦਾ ਵਿਕਾਸ ਚੱਲ ਰਿਹਾ ਹੈ। ਤਾਂ ਜਿਵੇਂ ਸਰੀਰ ਦੀ ਕੜੀ ਬਾਂਦਰ ਨਾਲ ਜੁੜੀ ਹੋਈ ਹੈ, ਉਵੇਂ ਜੇ ਅਸੀਂ ਆਦਮੀ ਦੇ ਪੁਨਰ ਜਨਮਾਂ 'ਚ ਜਾਣ ਦੀ ਕੋਸ਼ਿਸ਼ ਕਰੀਏ, ਜਿਵੇਂ ਜੇ ਤੁਹਾਡੇ ਪੁਨਰ ਜਨਮ ਜਾਣਨ ਦੀ, ਪਿਛਲੇ ਜਨਮਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜਾਏ ਤਾਂ ਬੜੀ ਹੈਰਾਨੀ ਵਾਲਾ ਅਨੁਭਵ ਹੈ ਕਿ ਜੇ 10-5 ਲੋਕਾਂ ਨੂੰ ਉਹਨਾਂ ਦੇ ਪਿਛਲੇ ਜਨਮਾਂ ਦੀ ਸਮ੍ਰਿਤੀ 'ਚ ਲਿਜਾਇਆ ਜਾਏ ਤਾਂ 10-5 ਜਨਮ ਤਾਂ ਉਹਨਾਂ ਦੇ ਮਨੁੱਖਾਂ ਦੇ ਮਿਲਣਗੇ, ਲੇਕਿਨ ਮਨੁੱਖਾਂ ਦੇ ਇਲਾਵਾ ਜੇ ਪਿੱਛੇ ਕੋਈ ਯਾਦਦਾਸ਼ਤ ਨੂੰ ਘੁਮਾਇਆ ਜਾਏ ਤਾਂ ਆਖਰੀ ਕੜੀ ਗਾਂ ਦੀ ਮਿਲੇਗੀ। ਯਾਨੀ ਜੇ ਤੁਹਾਨੂੰ ਯਾਦ ਦਿਵਾਇਆ ਜਾਏ ਤਾਂ ਹੋ ਸਕਦਾ ਹੈ ਤੁਹਾਡੇ ਪਿਛਲੇ 10 ਜਨਮ ਮਨੁੱਖ ਦੇ ਹੀ ਰਹੇ ਹੋਣ, ਲੇਕਿਨ 11ਵਾਂ ਜਨਮ ਤੁਹਾਡਾ ਗਾਂ ਦਾ ਮਿਲ ਜਾਏਗਾ। ਜੇ ਕਿਸੇ ਵੀ ਮਨੁੱਖ ਦੇ ਪਿਛਲੇ ਜਨਮਾਂ ਦੀ ਸਮ੍ਰਿਤੀ ਨੂੰ ਖੋਦਿਆ ਜਾਏ ਤਾਂ ਮਨੁੱਖ ਹੋਣ ਤੋਂ ਪਹਿਲਾਂ ਉਹਦਾ ਜੋ ਜਨਮ ਹੋਏਗਾ ਉਹ ਗਾਂ ਦਾ ਹੋਏਗਾ। ਆਤਮਿਕ ਕੜੀ, ਸਰੀਰਕ ਦੀ ਕੜੀ ਨਹੀਂ। ਸਰੀਰ ਦੀ ਕੜੀ ਤਾਂ ਬਾਂਦਰ ਤੋਂ ਆਈ ਹੋਈ ਹੈ, ਲੇਕਿਨ ਆਦਮੀ ਹੋਣ ਤੋਂ ਪਹਿਲਾਂ ਕੋਈ ਆਤਮਾ ਕਿਸ ਪਸ਼ੂ ਯੋਨੀ ਤੋਂ ਗੁਜ਼ਰਦੀ ਹੈ, ਇਹ ਮੇਰਾ ਕਹਿਣਾ ਹੈ। ਤੇ ਕਿਉਂਕਿ ਇਸ ਸੰਬੰਧ ਵਿੱਚ ਕੋਈ ਬਹੁਤ ਵੱਡਾ ਕੰਮ ਨਹੀਂ ਹੋਇਆ ਜਿਵੇਂ ਕਿ ਡਾਰਵਨ ਦੇ ਲਿਹਾਜ਼ ਨਾਲ ਸਰੀਰ ਦੇ ਸੰਬੰਧ 'ਚ ਹੋਇਆ, ਤਾਂ ਇਸ ਉੱਤੇ ਕਾਫੀ ਕੰਮ ਕਰਨ ਦੀ ਗੁੰਜਾਇਸ਼ ਹੈ ਕਿ ਜੇ ਅਸੀਂ 10-25 ਲੋਕਾਂ ਨੂੰ ਪਿਛਲੇ ਜਨਮਾਂ 'ਚ ਉਤਾਰਨ ਦੀ ਕੋਸ਼ਿਸ਼ ਕਰੀਏ ਤਾਂ ਜਿੱਥੋਂ ਤੋਂ ਉਹਨਾਂ ਨੇ ਮਨੁੱਖ ਦੀ ਕੜੀ ਸ਼ੁਰੂ ਕੀਤੀ ਹੈ ਉਹ ਕੜੀ ਗਾਂ ਦੀ ਕੜੀ ਤੋਂ ਬਾਅਦ ਸ਼ੁਰੂ ਹੁੰਦੀ ਹੈ। ਇਸ ਲਈ ਗਾਂ ਨਾਲ ਇੱਕ ਬਹੁਤ ਜ਼ਿਆਦਾ ਨੇੜਤਾ ਹੈ। ਇਹ ਜੋ ਮੈਂ ਕਿਹਾ ਗਊ ਮਾਤਾ ਦਾ ਮੇਰਾ ਜੋ ਅਰਥ ਹੋ ਸਕਦਾ ਹੈ, ਬਾਂਦਰ ਨਾਲ ਵੀ ਇੱਕ ਨੇੜਤਾ ਹੈ ਸਰੀਰਕ ਕੜੀ ਦੇ ਪੱਖ ਤੋਂ। ਯਾਨੀ ਇਸ ਦਾ ਮਤਲਬ ਇਹ ਹੋਇਆ ਕਿ ਆਦਮੀ ਦੇ ਪੈਦਾ ਹੋਣ ਤੋਂ ਪਹਿਲਾਂ ਗਾਂ ਦੀ ਯਾਤਰਾ ਤੋਂ ਜੋ ਆਤਮਾ ਵਿਕਸਿਤ ਹੋ ਰਹੀ ਹੈ ਉਹ, ਤੇ ਬਾਂਦਰ ਦੀ ਯਾਤਰਾ ਤੋਂ ਜੋ ਸਰੀਰ ਵਿਕਸਿਤ ਹੋ ਰਿਹਾ ਸੀ ਉਹ, ਮਨੁੱਖ ਹੋਣ ਲਈ ਇਹਨਾਂ ਦੋ ਚੀਜ਼ਾਂ ਦਾ ਇਸਤੇਮਾਲ ਕੀਤਾ ਗਿਆ, ਬਾਂਦਰ ਵਾਲੇ ਸਰੀਰ ਦਾ ਤੇ ਗਾਂ ਵਾਲੀ ਆਤਮਾ ਦਾ। ਪ੍ਰਸ਼ਨ। ਇਹ ਸਮਝ ਨਹੀਂ ਆਉਂਦਾ। ਸਮਝਣ ਦੀ ਗੱਲ ਨਹੀਂ ਹੈ ਬਹੁਤੀ, ਉਹ ਤਾਂ ਬਹੁਤੀ ਪ੍ਰਯੋਗ ਕਰਨ ਦੀ ਗੱਲ ਹੈ। ਉਹ ਤਾਂ ਜੇ ਪਿਛਲੇ ਜਨਮਾਂ ਦੀ ਸਮ੍ਰਿਤੀ ਨੂੰ ਜਗਾਉਣ ਦੀ ਕੋਸ਼ਿਸ਼ ਕਰੀਏ ਤਾਂ ਸਮਝ ਆਉਣ ਵਾਲੀ ਗੱਲ ਹੈ। ਪ੍ਰਸ਼ਨ। ਤੁਸੀਂ ਕੀਤਾ ਹੈ ਪ੍ਰਯੋਗ? ਹਾਂ, ਇਸੇ ਲਈ ਕਹਿ ਰਿਹਾ, ਨਹੀਂ ਤਾਂ ਕਿਵੇਂ ਕਹਿੰਦਾ? ਪ੍ਰਸ਼ਨ। ਤੁਸੀਂ ਜੋ ਪ੍ਰਯੋਗ ਕੀਤਾ ਉਹ ਦੱਸੋ, ਤਾਂ ਉਸ ਤੋਂ ਸ਼ਾਇਦ ਸਮਝ ਆ ਜਾਏ। ਉਸ ਨਾਲ ਵੀ ਕੁਝ ਸਮਝ ਨਹੀਂ ਆਏਗਾ, ਉਹ ਤਾਂ ਤੁਹਾਡਾ ਹੀ ਪ੍ਰਯੋਗ ਤੁਹਾਨੂੰ ਕਰਾਇਆ ਜਾਏ ਤਾਂ ਸਮਝ ਆਉਂਦਾ ਹੈ। ਆਤਮਾ ਦੇ ਸੰਬੰਧ ਵਿੱਚ ਜਿੰਨੀਆਂ ਗੱਲਾਂ ਹਨ ਉਹ ਬਿਨਾਂ ਪ੍ਰਯੋਗ ਦੇ ਕੋਈ ਵੀ ਸਮਝ ਆਉਣ ਵਾਲੀ ਨਹੀਂ ਹੈ। ਕਿਹਾ ਜਾ ਸਕਦਾ ਹੈ ਕਿ ਇਹ ਹੈ, ਇੰਜ ਹੈ, ਲੇਕਿਨ ਇਸ ਨਾਲ ਕੁਝ ਫਰਕ ਨਹੀਂ ਪੈਂਦਾ ਕਹਿਣ ਨਾਲ। ਉਹ ਤਾਂ ਕਿਸੇ ਨੂੰ ਵੀ ਉਤਸੁਕਤਾ ਹੋਵੇ, ਤਾਂ ਜਿਵੇਂ ਮੈਂ ਧਿਆਨ ਦੇ ਕੈਂਪ ਲੈ ਰਿਹਾ, ਹੌਲੀ ਹੌਲੀ ਉਤਸੁਕਤਾ ਜਗਾਉਣਾ ਕੁਝ ਲੋਕਾਂ ਵਿੱਚ ਕਿ ਜਿਨ੍ਹਾਂ ਲੋਕਾਂ ਨੇ ਪਿਛਲੇ ਜਨਮ ਦੀ ਸਮ੍ਰਿਤੀ ਦੀ ਯਾਤਰਾ 'ਤੇ ਜਾਣਾ ਹੋਵੇ ਉਹਨਾਂ ਦੇ ਅਲੱਗ ਕੈਂਪ ਲੈਣ ਦਾ ਇੰਤਜ਼ਾਮ ਹੈ। ਥੋੜ੍ਹੇ ਜਿਹੇ 25 ਜਣੇ 21 ਦਿਨਾਂ ਲਈ ਮੇਰੇ ਕੋਲ ਆ ਕੇ ਰਹਿਣ, ਉਹਨਾਂ ਨੂੰ ਪਿਛਲੇ ਜਨਮ ਦੀ ਯਾਤਰਾ ਵਿੱਚ ਉਤਾਰਨ ਦੀ ਕੋਸ਼ਿਸ਼ ਕੀਤੀ ਜਾਏ। 21 ਦੇ ਨਾਲ ਮਿਹਨਤ ਕੀਤੀ ਜਾਏ ਤਾਂ ਉਸ 'ਚੋਂ 5-7 ਜਣੇ ਉਤਰ ਜਾਣਗੇ, ਤਾਂ ਹੀ ਸਮਝ ਆ ਸਕਦਾ ਹੈ ਕਿ ਸਾਡੀ ਪਿਛਲੀ ਕੜੀ ਕਿੱਥੇ ਜੁੜੀ ਹੋਈ ਹੈ, ਨਹੀਂ ਤਾਂ ਉਹ ਸਮਝ 'ਚ ਨਹੀਂ ਆਉਂਦਾ। ਤੇ ਮੁਸ਼ਕਿਲ ਤਾਂ ਇਹ ਹੈ ਕਿ ਕੋਈ ਪ੍ਰਯੋਗ ਕਰਨ ਲਈ ਡੂੰਘੇ ਪ੍ਰਯੋਗ ਕਰਨ ਦੀ ਤਿਆਰੀ ਨਹੀਂ ਹੈ ਕਿਸੇ ਦੀ, ਕਿਉਂਕਿ ਡੂੰਘੇ ਪ੍ਰਯੋਗ ਖਤਰਨਾਕ ਵੀ ਹਨ। ਕਿਉਂਕਿ ਤੁਹਾਨੂੰ ਪਿਛਲੇ ਜਨਮਾਂ ਦੀ ਸਮ੍ਰਿਤੀ ਆ ਜਾਏ ਤਾਂ ਤੁਸੀਂ ਫਿਰ ਦੁਬਾਰਾ ਉਹੀ ਆਦਮੀ ਕਦੇ ਨਹੀਂ ਹੋ ਸਕੋਗੇ ਜੋ ਤੁਸੀਂ ਹੁਣ ਵਾਲੀ ਸਮ੍ਰਿਤੀ ਤੋਂ ਪਹਿਲਾਂ ਸੀ।
ਕਦੀ ਨਹੀਂ ਹੋ ਸਕੋਗੇ, ਫਿਰ ਅਸੰਭਵ ਹੈ ਇਹ ਗੱਲ। ਯਾਨੀ ਤੁਹਾਡੀ ਪੂਰੀ ਟੋਟਲ ਪਰਸਨੈਲਿਟੀ ਫੌਰਨ ਬਦਲ ਜਾਏਗੀ, ਕਿਉਂਕਿ ਤੁਸੀਂ ਦੇਖੋਗੇ ਕਿ ਜੇ ਆਪਣੀ ਪਤਨੀ ਨੂੰ ਬਹੁਤ ਪ੍ਰੇਮ ਕਰ ਰਹੇ ਹੋ ਤਾਂ ਤੁਸੀਂ ਦੇਖੋਗੇ ਕਿ ਅਜਿਹੀਆਂ ਕਈ ਪਤਨੀਆਂ ਨੂੰ ਬਹੁਤ ਵਾਰ ਪ੍ਰੇਮ ਕੀਤਾ ਹੈ ਤੇ ਕੋਈ ਅਰਥ ਨਹੀਂ ਹੋਇਆ, ਤਾਂ ਇਸ ਤੋਂ ਬਾਅਦ ਤੁਸੀਂ ਇਸ ਪਤਨੀ ਨੂੰ ਉਹੀ ਪ੍ਰੇਮ ਨਹੀਂ ਕਰ ਸਕਦੇ ਜੋ ਤੁਸੀਂ ਇਸ ਤੋਂ ਪਹਿਲਾਂ ਕਰ ਰਹੇ ਸੀ। ਉਹ ਅਸੰਭਵ ਹੋ ਜਾਏਗਾ, ਉਹ ਗੱਲ ਹੀ ਖਤਮ ਹੋ ਗਈ। ਜੇ ਆਪਣੇ ਬੇਟੇ ਲਈ ਬਾਪ ਮਰਦੇ ਜਾ ਰਹੇ ਹਨ ਕਿ ਇਹਨੂੰ ਇਹ ਬਣਾਵਾਂ, ਇਹਨੂੰ ਉਹ ਬਣਾਵਾਂ, ਤੇ ਤੁਹਾਨੂੰ ਜੇ 5 ਜਨਮਾਂ ਦੀ ਯਾਦ ਆ ਜਾਏ ਕਿ ਅਜਿਹੇ ਕਈ ਬੇਟਿਆਂ ਨਾਲ ਮਿਹਨਤ ਕਰ ਚੁੱਕੇ ਹੋ, ਉਹ ਸਭ ਬੇਮਾਇਨਾ ਸਾਬਤ ਹੋਇਆ ਤੇ ਆਖਰ ਵਿੱਚ ਮਰ ਗਏ, ਤਾਂ ਇਸ ਬੇਟੇ ਨਾਲ ਜੋ ਤੁਹਾਡਾ ਪਾਗਲਪਨ ਹੈ ਉਹ ਇੱਕਦਮ ਮੁੱਕ ਜਾਏਗਾ। ਬੁੱਧ ਤੇ ਮਹਾਵੀਰ ਦੋਹਾਂ ਨੇ ਆਪਣੇ ਸਾਰੇ ਸਾਧਕਾਂ ਨੂੰ ਪਿਛਲੇ ਜਨਮਾਂ 'ਚ ਲੈ ਜਾਣ ਦਾ ਪ੍ਰਯੋਗ ਕੀਤਾ। ਜੇ ਕੋਈ ਬਹੁਤ ਗੌਰ ਨਾਲ ਸਮਝੇ ਤਾਂ ਬੁੱਧ ਤੇ ਮਹਾਵੀਰ ਦਾ ਜੋ ਸਭ ਤੋਂ ਵੱਡਾ ਦਾਨ ਹੈ ਉਹ ਅਹਿੰਸਾ ਵਗੈਰਾ ਨਹੀਂ ਹੈ। ਅਹਿੰਸਾ ਤਾਂ ਬਹੁਤ ਦਿਨਾਂ ਤੋਂ ਚੱਲਦੀ ਸੀ। ਇਹਨਾਂ ਦੋਹਾਂ ਦਾ ਸਭ ਤੋਂ ਕੀਮਤੀ ਦਾਨ ਹੈ ਉਹ ਜਾਤੀ ਸਮਰਨ, ਉਹ ਵਿਧੀ ਜਿਸ ਦੇ ਦੁਆਰਾ ਆਦਮੀ ਨੂੰ ਉਹਦਾ ਪਿਛਲਾ ਜਨਮ ਯਾਦ ਦਿਵਾਇਆ ਜਾ ਸਕੇ। ਤੇ ਜੋ ਲੱਖਾਂ ਲੋਕ ਭਿਕਸ਼ੂ ਤੇ ਸੰਨਿਆਸੀ ਹੋ ਗਏ ਉਹ ਸਿੱਖਿਆ ਨਾਲ ਨਹੀਂ ਹੋ ਗਏ, ਉਹ ਜਿਵੇਂ ਹੀ ਉਹਨਾਂ ਨੂੰ ਪਿਛਲਾ ਜਨਮ ਯਾਦ ਆਇਆ ਕਿ ਸਾਰੀਆਂ ਗੱਲਾਂ ਬੇਕਾਰ ਹੋ ਗਈਆਂ ਤੇ ਉਹਨਾਂ ਲਈ ਸਿਵਾਏ ਸੰਨਿਆਸ ਦੇ ਕੋਈ ਸਾਰਥਿਕ ਗੱਲ ਨਾ ਰਹੀ। ਲੱਖਾਂ ਆਦਮੀ ਇਕੱਠੇ ਜੋ ਸੰਨਿਆਸੀ ਹੋਏ ਉਹਦਾ ਇਹ ਕਾਰਨ ਨਹੀਂ ਸੀ ਕਿ ਮਹਾਵੀਰ ਨੇ ਸਮਝਾ ਦਿੱਤਾ ਕਿ ਸੰਨਿਆਸ ਨਾਲ ਮੋਕਸ਼ ਮਿਲ ਜਾਏਗਾ। ਇਹਦਾ ਕੁੱਲ ਕਾਰਨ ਇੰਨਾ ਸੀ ਕਿ ਉਹਨਾਂ ਨੂੰ ਉਹਨਾਂ ਦੀ ਸਮ੍ਰਿਤੀ ਦੀ ਯਾਦ ਦਿਵਾ ਦੇਣ ਨਾਲ ਉਹਨਾਂ ਨੂੰ ਇਹ ਲੱਗਿਆ ਕਿ ਸਭ ਤਾਂ ਅਸੀਂ ਬਹੁਤ ਵਾਰ ਕਰ ਚੁੱਕੇ ਹਾਂ, ਇਸ ਵਿੱਚ ਕੁਝ ਸਾਰ ਨਹੀਂ ਹੈ, ਇਸ ਵਿੱਚ ਕੁਝ ਵੀ ਸਾਰ ਨਹੀਂ ਹੈ, ਇਹ ਚੱਕਰ ਤਾਂ ਬਹੁਤ ਦਫਾ ਘੁੰਮ ਚੁੱਕਿਆ ਹੈ, ਇਸ ਵਿੱਚ ਕੋਈ ਅਰਥ ਨਹੀਂ। ਤਦ ਕੁਝ ਹੋਰ ਕਰਨ ਦੀ ਧਾਰਨਾ ਤਾਂ ਉਹ ਤਾਂ ਮੈਂ ਚਾਹੁੰਦਾ ਇਹ ਜੋ ਸਾਰੀਆਂ ਗੱਲਾਂ ਹਨ ਉਹ ਇਸੇ ਖਿਆਲ ਨਾਲ ਕਹਿੰਦਾ ਕਿ ਤੁਹਾਡੇ 'ਚ ਕੋਈ ਜਿਗਿਆਸਾ ਜਾਗੇ, ਲੇਕਿਨ ਬੌਧਿਕ ਜਿਗਿਆਸਾ ਨਾਲ ਕੁਝ ਨਹੀਂ ਹੋਏਗਾ। ਜਿਗਿਆਸਾ ਜਿਹੀ ਜਾਗਣੀ ਚਾਹੀਦੀ ਹੈ ਕਿ ਕੁਝ ਲੋਕ ਪ੍ਰਯੋਗ ਕਰਨ ਲਈ ਰਾਜ਼ੀ ਹੋਣ। ਤੇ ਹੁਣ ਜਲਦੀ ਮੈਂ ਚਾਹੁੰਦਾ ਕਿ ਧਿਆਨ ਦੇ ਕੈਂਪ ਵੀ ਹੋਣ, ਤਾਂ ਇਸ ਤਰ੍ਹਾਂ ਦੇ ਆਮ ਕੈਂਪ ਨਾ ਹੋਣ, ਸਾਰੇ ਲੋਕ ਆ ਜਾਣ, ਅਜਿਹਾ ਹੁਣ ਨਾ ਹੋਵੇ, ਜਾਂ ਫਿਰ ਅਸੀਂ ਕੈਂਪਾਂ ਨੂੰ ਵੰਡ ਲਈਏ। ਆਮ ਕੈਂਪ ਹੋਣ, ਕੋਈ ਵੀ ਆ ਸਕੇ, ਫਿਰ ਡੂੰਘਾ ਕੈਂਪ ਹੋਵੇ ਜਿਸ 'ਚ ਉਹੀ ਲੋਕ ਆ ਸਕਣ ਜੋ ਕਿ ਡੂੰਘਾਈ 'ਚ ਜਾਣ ਦੀ ਹਿੰਮਤ ਅਤੇ ਪੂਰੀ ਤਾਕਤ ਲਗਾਉਣ ਨੂੰ ਤਿਆਰ ਹੋਣ। ਤਾਂ ਮੈਂ ਤਾਂ ਮੰਨਦਾ ਕਿ 21 ਦਿਨਾਂ ਵਿੱਚ ਡੂੰਘਾ ਪ੍ਰਯੋਗ ਕਰਨ ਨਾਲ ਤੁਸੀਂ ਬਿਲਕੁਲ ਦੂਸਰੇ ਆਦਮੀ ਹੋ ਜਾਓਗੇ। ਤੁਹਾਡੀ ਸਾਰੀ ਜ਼ਿੰਦਗੀ ਹੋਰ ਹੋ ਜਾਏਗੀ। ਜੋ ਤੁਸੀਂ ਸੋਚਦੇ ਸੀ ਉਹ ਚਲਾ ਗਿਆ, ਜੋ ਤੁਸੀਂ ਜਿੱਤੇ ਸੀ ਉਹ ਚਲਾ ਜਾਏ, ਤੇ ਦੁਬਾਰਾ ਤੁਸੀਂ ਪਰਤ ਕੇ ਕਦੀ ਉਹ ਨਾ ਹੋ ਸਕੋ। ਲੇਕਿਨ ਬੌਧਿਕ ਜਿਗਿਆਸਾ ਨਾਲ ਤਾਂ ਕੁਝ ਹੱਲ ਹੋਣ ਵਾਲਾ ਨਹੀਂ ਹੈ, ਕਿਉਂਕਿ ਜੋ ਵੀ ਤੁਸੀਂ ਪੁੱਛੋਗੇ ਮੈਂ ਕੁਝ ਹੋਰ ਕਹਾਂਗਾ, ਉਸ ਉੱਤੇ ਹੋਰ 10 ਪ੍ਰਸ਼ਨ ਖੜੇ ਹੋ ਜਾਂਦੇ ਹਨ ਤੇ ਉਹ ਗੱਲ ਉੱਥੇ ਘੁੰਮ ਕੇ ਰਹਿ ਜਾਂਦੀ ਹੈ, ਉਸ ਨਾਲ ਕੋਈ ਮਤਲਬ ਨਹੀਂ। ਪ੍ਰਸ਼ਨ: ਓਸ਼ੋ, ਜਾਤੀ ਸਮਰਨ ਦੀ ਗੱਲ ਤਾਂ ਬੀਤੇ ਦੀ ਹੋ ਗਈ। ਜੀ, ਬੀਤੇ ਦੀ। ਲੇਕਿਨ ਜੇ ਤੁਹਾਨੂੰ ਇਹ ਖਿਆਲ ਆ ਜਾਏ ਕਿ ਤੁਸੀਂ ਬੀਤੇ 'ਚ ਕੀ ਕੀਤਾ, ਕਿੰਨੀ ਵਾਰ ਕੀਤਾ, ਤਾਂ ਅੱਜ ਜੋ ਤੁਸੀਂ ਕਰ ਰਹੇ ਹੋ ਉਹਦੇ ਕਰਨ 'ਚ ਬੁਨਿਆਦੀ ਫਰਕ ਪੈ ਜਾਏਗਾ। ਜੇ ਪਤਾ ਲੱਗ ਜਾਏ ਕਿ ਮੈਂ ਕਈ ਵਾਰ ਧਨ ਕਮਾਇਆ ਤੇ ਕੁਝ ਵੀ ਹਾਸਲ ਨਹੀਂ ਕੀਤਾ, ਤਾਂ ਜੋ ਅੱਜ ਧਨ ਕਮਾਉਣ ਦੀ ਦੌੜ ਹੈ ਉਹ ਇੱਕਦਮ ਖਤਮ ਹੋ ਜਾਏਗੀ। ਉਸ ਵਿੱਚੋਂ ਤਾਕਤ ਨਿਕਲ ਕੇ ਆਏਗੀ। ਫਰਕ ਬੁਨਿਆਦੀ ਇਹ ਪੈ ਜਾਏਗਾ ਇੱਕਦਮ। ਜੇ ਤੁਹਾਨੂੰ ਇਹ ਪਤਾ ਲੱਗ ਜਾਏ ਕਿ ਇਹ ਸਰੀਰ ਬਹੁਤ ਦਫਾ ਮਿਲਿਆ ਤੇ ਹਰ ਵਾਰ ਨਸ਼ਟ ਹੋ ਗਿਆ, ਤਾਂ ਹੁਣ ਇਸ ਸਰੀਰ ਦੇ ਆਸ-ਪਾਸ ਜੀਣ ਦਾ ਕੋਈ ਮਤਲਬ ਨਹੀਂ, ਇਹ ਫੇਰ ਨਸ਼ਟ ਹੋ ਜਾਏਗਾ। ਤਾਂ ਮੇਰੇ ਜਿਉਣ ਦਾ ਕੇਂਦਰ ਸਰੀਰ ਨਹੀਂ ਹੋਣਾ ਚਾਹੀਦਾ, ਕਿਉਂਕਿ ਸਰੀਰ ਬਹੁਤ ਦਫਾ ਮਿਲਦਾ ਤੇ ਮਰ ਜਾਂਦਾ ਤੇ ਕੋਈ ਫਰਕ ਨਹੀਂ ਪੈਂਦਾ। ਤਾਂ ਤੁਹਾਡੇ ਜਿਉਣ ਦਾ ਕੇਂਦਰ ਪਹਿਲੀ ਵਾਰੀ ਆਤਮਾ ਹੋ ਜਾਏਗੀ, ਸਰੀਰ ਨਹੀਂ ਰਹਿ ਜਾਏਗਾ। ਬੀਤੇ ਦੀ ਹੈ ਉਹ ਗੱਲ, ਲੇਕਿਨ ਉਹਦਾ ਸਮਰਨ ਤੁਹਾਨੂੰ ਇਹ ਸਾਫ਼ ਕਰ ਦੇਗਾ ਕਿ ਜੋ ਤੁਸੀਂ ਕਰ ਰਹੇ ਹੋ ਉਹ ਕੋਲੂ ਦੇ ਬਲਦ ਵਰਗਾ ਕਰਨਾ ਹੈ, ਯਾਨੀ ਬਹੁਤ ਦਫਾ ਕੀਤਾ ਜਾ ਚੁੱਕਾ ਹੈ। ਸਫਲ ਹੋ ਗਏ ਹੋ ਤਾਂ ਵੀ ਕੁਝ ਹਾਸਲ ਨਹੀਂ ਕੀਤਾ, ਅਸਫਲ ਹੋ ਗਏ ਹੋ ਤਾਂ ਵੀ ਕੁਝ ਨਹੀਂ ਗਵਾਇਆ। ਜੇ ਗੱਲ ਦਿਸ ਜਾਏ ਤਾਂ ਸਫਲਤਾ ਦਾ ਕੋਈ ਮੁੱਲ ਨਹੀਂ ਰਹਿ ਜਾਂਦਾ, ਯਾਨੀ ਅਸੀਂ ਫਿਰ ਉਹ ਨਹੀਂ ਕਰ ਸਕਾਂਗੇ। ਪਿਛਲੇ ਇੱਕ ਜਨਮ 'ਚ ਮੈਂ ਕਰੋੜ ਰੁਪਏ ਇਕੱਠੇ ਕਰ ਲਏ ਤੇ ਫਿਰ ਮਰ ਗਿਆ। ਇਸ ਜਨਮ 'ਚ ਮੈਂ ਫਿਰ ਕਰੋੜ ਰੁਪਏ ਇਕੱਠੇ ਕਰਨ 'ਚ ਲੱਗਿਆ ਹੋਇਆ,
ਤਾਂ ਮੇਰੇ ਸਾਹਮਣੇ ਸਾਫ਼ ਹੋ ਜਾਏਗਾ ਕਿ ਕਰੋੜ ਇਕੱਠੇ ਕਰ ਲਵਾਂਗਾ ਫਿਰ ਮਰ ਜਾਵਾਂਗਾ। ਤਾਂ ਹੁਣ ਮੈਨੂੰ ਕਰੋੜ ਰੁਪਏ ਇਕੱਠੇ ਕਰਨ ਦੀ ਦੌੜ 'ਚ ਜੀਵਨ ਗਵਾਉਣਾ ਜਾਂ ਕੁਝ ਹੋਰ ਕਮਾਉਣ ਦਾ ਖਿਆਲ ਕਰਨਾ ਚਾਹੀਦਾ ਹੈ। ਤੇ ਪ੍ਰਕਿਰਤੀ ਦੀ ਇਹ ਤਰਕੀਬ ਹੈ ਕਿ ਤੁਹਾਡੇ ਪਿਛਲੇ ਜਨਮ ਦੀਆਂ ਸਮ੍ਰਿਤੀਆਂ ਬਿਲਕੁਲ ਦਬਾ ਕੇ ਰੱਖ ਦਿੰਦੀ ਹੈ। ਠੀਕ ਵੀ ਹੈ, ਨਹੀਂ ਤਾਂ ਤੁਸੀਂ ਪਾਗਲ ਹੋ ਜਾਓ। ਜੇ ਅਕਾਰਨ ਸਮ੍ਰਿਤੀ ਤੁਹਾਨੂੰ ਆ ਜਾਏ ਤਾਂ ਤੁਸੀਂ ਮੁਸ਼ਕਿਲ 'ਚ ਪੈ ਜਾਓ। ਤਾਂ ਜੋ ਹਿੰਮਤ ਕਰਕੇ ਕੋਸ਼ਿਸ਼ ਕਰਦਾ ਹੈ ਖੋਜਣ ਦਾ ਉਸੇ ਨੂੰ ਪਤਾ ਲੱਗਦਾ, ਨਹੀਂ ਤਾਂ ਪਤਾ ਨਹੀਂ ਲੱਗਦਾ। ਸਾਰੀਆਂ ਸਮ੍ਰਿਤੀਆਂ ਜਿੰਨੇ ਜਨਮ ਹੋਏ ਹਨ, ਇੱਕ ਇੱਕ ਆਦਮੀ ਦੇ ਲੱਖਾਂ ਜਨਮ ਹੋਏ ਹਨ, ਉਹ ਸਾਰੀਆਂ ਸਮ੍ਰਿਤੀਆਂ ਕਿਤੇ ਗੁੰਮ ਨਹੀਂ ਹੋ ਜਾਂਦੀਆਂ। ਉਹ ਸਾਰੀਆਂ ਸਮ੍ਰਿਤੀਆਂ ਤੁਹਾਡੇ ਅੰਦਰ ਮੌਜੂਦ ਹਨ। ਡੂੰਘੀਆਂ ਪਰਤਾਂ ਵਿੱਚ ਉਹਨਾਂ ਨੂੰ ਖੋਜਣਾ ਪਏਗਾ। ਤੇ ਉਂਝ ਤਾਂ ਆਮ ਤੌਰ ਤੇ ਅਸੀਂ 8 ਸਾਲ ਪਹਿਲਾਂ ਕੀ ਕੀਤਾ ਉਹ ਵੀ ਭੁੱਲ ਗਏ ਹਾਂ। ਮੈਂ ਇੱਕ ਲੜਕੀ ਤੇ ਬਹੁਤ ਦਿਨਾਂ ਤੱਕ ਪ੍ਰਯੋਗ ਕਰਦਾ ਸੀ ਉਹਦੀ ਜਾਤੀ ਸਮਰਨ ਵਾਸਤੇ। ਤੇ ਜੇ ਮੈਂ ਤੁਹਾਨੂੰ ਪੁੱਛਾਂ ਕਿ 1951 ਦੀ 1 ਜਨਵਰੀ ਨੂੰ ਤੁਸੀਂ ਕੀ ਕੀਤਾ ਤਾਂ ਤੁਸੀਂ ਕੁਝ ਵੀ ਦੱਸ ਨਹੀਂ ਸਕਦੇ। 1 ਜਨਵਰੀ ਹੋਈ ਹੈ, 1951 ਵੀ ਹੋਇਆ, ਉਹ ਤੁਹਾਨੂੰ ਪਤਾ ਹੈ। ਪਿਛਲੇ ਜਨਮ ਦੀ ਗੱਲ ਨਹੀਂ, ਇਸੇ ਜਨਮ ਦੀ ਗੱਲ ਹੈ। ਲੇਕਿਨ 1 ਜਨਵਰੀ 1951 ਨੂੰ ਤੁਸੀਂ ਸਵੇਰ ਤੋਂ ਸ਼ਾਮ ਤੱਕ ਕੀ ਕੀਤਾ ਉਹ ਕੁਝ ਵੀ ਯਾਦ ਨਹੀਂ ਹੈ। ਹੋਈ ਵੀ 1 ਜਨਵਰੀ 1951 ਜਾਂ ਨਾ ਹੋਈ, ਬਰਾਬਰ ਹੋ ਗਈ ਹੈ। ਲੇਕਿਨ ਜੇ ਤੁਹਾਨੂੰ ਸੰਮੋਹਨ ਕਰਕੇ ਬੇਹੋਸ਼ ਕੀਤਾ ਜਾਏ ਤੇ ਯਾਦ ਦਿਵਾਈ ਜਾਏ ਤਾਂ ਤੁਹਾਨੂੰ 1 ਜਨਵਰੀ 1951 ਇਸ ਤਰ੍ਹਾਂ ਲੱਗੇਗੀ ਜਿਵੇਂ ਹੁਣੇ ਅੱਖਾਂ ਦੇ ਸਾਹਮਣੇੋਂ ਗੁਜ਼ਰ ਗਈ ਹੋਵੇ। ਹੁਣੇ ਦੱਸ ਦਿਓਗੇ ਤੁਸੀਂ ਪੂਰੀ ਗੱਲ ਕਿ ਇਹ ਹੋਇਆ, ਸੁਬਾਹ ਉੱਠਿਆ ਇਹ ਹੋਇਆ, ਇਹ ਨਾਸ਼ਤਾ ਲਿਆ ਸੀ, ਇਹ ਪਸੰਦ ਨਹੀਂ ਆਇਆ, ਨਮਕ ਜ਼ਿਆਦਾ ਸੀ ਦਾਲ 'ਚ, ਪੂਰੇ ਦਿਨ ਦੀ ਤੁਸੀਂ ਰਿਪੋਰਟ ਕਰ ਦਿਓਗੇ। ਪਰ ਮੁਸ਼ਕਿਲ ਇਹ ਮੈਨੂੰ ਹੋਈ ਕਿ ਉਸ ਨੂੰ ਟੈਲੀ ਕਿਵੇਂ ਕੀਤਾ ਜਾਏ ਕਿ ਹੋਇਆ ਵੀ ਸੀ ਕਿ ਇੱਕ ਸੁਪਨਾ ਹੈ। ਤਾਂ ਫਿਰ ਮੈਂ ਨੋਟ ਕਰਨਾ ਸ਼ੁਰੂ ਕੀਤਾ ਕਿ ਜਿਵੇਂ ਅੱਜ ਸਾਰਾ ਦਿਨ ਮੈਂ ਸਵੇਰ ਤੋਂ ਸ਼ਾਮ ਤੱਕ ਉਹਨੂੰ ਨੋਟ ਕਰਦਾ ਰਿਹਾ ਕਿ ਕੀ ਹੋ ਰਿਹਾ। ਉਸਨੇ ਕਿਸ ਨੂੰ ਗਾਲਾਂ ਕੱਢੀਆਂ, ਕਿਸ ਨਾਲ ਝਗੜਾ ਕੀਤਾ, ਕਿਸ ਉੱਤੇ ਗੁੱਸਾ ਝਾੜਿਆ। ਦਿਨ ਭਰ ਦੇ 10-15 ਨੋਟ ਮੈਂ ਤਿਆਰ ਕਰ ਲਏ। 3 ਸਾਲ ਬਾਅਦ ਉਹਨੂੰ ਬੇਹੋਸ਼ ਕੀਤਾ। ਉਸ ਦਿਨ ਬਾਰੇ ਪੁੱਛਿਆ ਤਾਂ ਉਹਨੇ ਬਿਲਕੁਲ ਅਜਿਹਾ ਬਿਆਨ ਦਿੱਤਾ ਜਿਸ ਦਾ ਕੋਈ ਹਿਸਾਬ ਨਹੀਂ ਸੀ। ਜੋ ਗੱਲਾਂ ਮੈਂ ਨੋਟ ਕੀਤੀਆਂ ਸਨ ਉਹ ਤਾਂ ਬਿਆਨ ਹੋਈਆਂ ਹੀ, ਜੋ ਮੈਂ ਨੋਟ ਨਹੀਂ ਸੀ ਕਰ ਸਕਿਆ ਕਿਉਂਕਿ ਦਿਨ ਵਿੱਚ ਤਾਂ 1000 ਘਟਨਾਵਾਂ ਘਟ ਜਾਂਦੀਆਂ ਹਨ, ਉਹ ਵੀ ਸਭ ਬਿਆਨ ਕਰ ਦਿੱਤੀਆਂ। ਤਾਂ ਇਸ ਜਨਮ ਦੀਆਂ ਵੀ ਬਹੁਤ ਕੰਮ ਚਲਾਊ ਯਾਦਾਂ ਸਾਡੇ ਕੋਲ ਰਹਿ ਜਾਂਦੀਆਂ ਹਨ, ਬਾਕੀ ਤਾਂ ਹੇਠਾਂ ਦਬ ਜਾਂਦੀਆਂ ਹਨ। ਇਸ ਵਿੱਚੋਂ ਵੀ ਜੋ ਦੁਖਾਵੀਆਂ ਯਾਦਾਂ ਹਨ ਉਹ ਇੱਕਦਮ ਦਬਾ ਦਿੱਤੀਆਂ ਜਾਂਦੀਆਂ ਹਨ। ਮਨ ਉਹਨਾਂ ਨੂੰ ਦਬਾ ਦਿੰਦਾ ਹੈ। ਜੋ ਸੁਖਾਵੀਆਂ ਯਾਦਾਂ ਹਨ ਉਹਨਾਂ ਨੂੰ ਉੱਪਰ ਰੱਖ ਲੈਂਦਾ ਹੈ। ਇਸੇ ਲਈ ਸਾਨੂੰ ਪਿਛਲਾ ਬੀਤਿਆ ਹੋਇਆ ਸਮਾਂ ਬਹੁਤ ਚੰਗਾ ਲੱਗਦਾ ਹੈ। ਬੁੱਢਾ ਆਦਮੀ ਕਹਿੰਦਾ ਹੈ ਬਚਪਨ ਬਹੁਤ ਚੰਗਾ ਸੀ। ਉਹਦਾ ਹੋਰ ਕੋਈ ਕਾਰਨ ਨਹੀਂ ਹੈ। ਬਚਪਨ ਦੀਆਂ ਜਿੰਨੀਆਂ ਵੀ ਦੁਖਾਵੀਆਂ ਯਾਦਾਂ ਸਨ ਉਹ ਹੇਠਾਂ ਦਬਾ ਦਿੰਦਾ ਹੈ। ਮਨ ਤੇ ਜੋ ਸੁਖਾਵੀਆਂ ਸਨ ਥੋੜ੍ਹੀਆਂ ਜਿਹੀਆਂ ਉਹਨਾਂ ਨੂੰ ਉੱਪਰ ਰੱਖ ਲੈਂਦਾ ਹੈ, ਉਹਨਾਂ ਨੂੰ ਯਾਦ ਰੱਖ ਲੈਂਦਾ ਹੈ। ਇੱਕ ਬੁੱਢਾ ਆਦਮੀ ਕਹਿੰਦਾ ਹੈ ਕਿ ਜਵਾਨੀ ਬਹੁਤ ਮਜ਼ੇ ਦੀ ਸੀ, ਬਸ ਉਹ ਜਵਾਨੀ 'ਚ ਜੋ ਸੁਖਾਵਾਂਪਣ ਵਾਪਰਿਆ ਹੋਏਗਾ ਉਹ ਉੱਪਰ ਰੱਖ ਲਿਆ, ਬਾਕੀ ਸਭ ਉਹਨੇ ਦਬਾ ਦਿੱਤਾ। ਤੇ ਜੇ ਉਹਦਾ ਪੂਰਾ ਮਨ ਖੋਲਿਆ ਜਾ ਸਕੇ ਤਾਂ ਉਹ ਹੈਰਾਨ ਰਹਿ ਜਾਏਗਾ ਕਿ ਮੁਸ਼ਕਿਲ ਨਾਲ 100 ਘਟਨਾਵਾਂ ਘਟਦੀਆਂ ਹਨ ਜਿਸ ਵਿੱਚੋਂ 99 ਦੁਖਾਵੀਆਂ ਹੁੰਦੀਆਂ ਹਨ। ਇੱਕ ਅੱਧ ਕਦੀ ਸੁੱਖ ਦੀ ਹਲਕੀ ਝਲਕ ਵਾਲੀ ਹੁੰਦੀ ਹੈ, ਪਰ ਮਨ ਅਜਿਹਾ ਧੋਖਾ ਕਰਦਾ ਹੈ। ਤੇ ਜੇ 2-4 ਜਨਮ ਖੋਲੇ ਜਾ ਸਕਣ ਫਿਰ ਤਾਂ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ, ਕਿਉਂਕਿ ਫਿਰ ਤੁਸੀਂ ਹੋਰ ਹੀ ਢੰਗ ਨਾਲ ਸੋਚੋਗੇ, ਕੁਝ ਹੋਰ ਹੀ ਕੇਂਦਰ ਬਣਾਓਗੇ। ਬੀਤੇ ਦੀਆਂ ਗੱਲਾਂ ਹੀ ਹਨ ਲੇਕਿਨ ਉਹ ਫਰਕ ਲਿਆਉਂਦੀਆਂ ਹਨ, ਇੱਕਦਮ ਫਰਕ ਲਿਆਉਂਦੀਆਂ ਹਨ। ਪ੍ਰਸ਼ਨ, ਮੈਂ ਇੱਕ ਗੱਲ ਪੁੱਛਣੀ ਹੈ ਓਸ਼ੋ, ਪ੍ਰਾਣੀ ਦਾ ਸੂਖਮ ਸਰੀਰ ਤੇ ਆਦਮੀ ਦਾ ਇੱਕੋ ਜਿਹਾ ਹੀ ਹੁੰਦਾ ਹੈ? ਪ੍ਰਾਣੀ ਯਾਨੀ ਕੋਈ ਵੀ ਜਾਨਵਰ ਜਿਵੇਂ ਗਾਂ? ਉੱਤਰ, ਨਹੀਂ, ਇੱਕੋ ਜਿਹਾ ਨਹੀਂ ਹੁੰਦਾ, ਅਲੱਗ-ਅਲੱਗ ਹੁੰਦਾ ਹੈ, ਅਲੱਗ-ਅਲੱਗ ਹੁੰਦਾ ਹੈ। ਪ੍ਰਸ਼ਨ, ਓਸ਼ੋ ਅਲੱਗ ਸੂਖਮ ਸਰੀਰ ਹੋਣ ਨਾਲ ਚੱਕਰ ਅਲੱਗ ਰਹਿੰਦੇ ਹਨ ਦੋਹਾਂ ਦੇ? ਨਹੀਂ, ਉਸ ਨਾਲ ਕੋਈ ਫਰਕ ਨਹੀਂ ਪੈਂਦਾ। ਸੂਖਮ ਸਰੀਰ ਜੋ ਹੈ ਤੁਹਾਡਾ, ਜੋ ਮਨੁੱਖ ਹੋ ਤਾਂ ਜਿਵੇਂ ਤੁਹਾਡਾ ਸਰੀਰ ਹੈ ਠੀਕ ਉਸੇ ਸ਼ਕਲ ਦਾ, ਠੀਕ ਅਜਿਹਾ ਹੀ, ਲੇਕਿਨ ਅਤਿਅੰਤ ਐਸਟਰਲ ਐਟਮਸ ਦਾ ਬਣਿਆ ਹੋਇਆ, ਬਹੁਤ ਸੂਖਮ ਪਦਾਰਥਾਂ ਦਾ ਬਣਿਆ ਹੋਇਆ ਸਰੀਰ ਹੋਏਗਾ। ਉਹਦੇ ਆਰ ਪਾਰ ਜਾਣ ਚੌਖ ਨਹੀਂ ਹੈ।
ਜੇ ਅਸੀਂ ਇੱਕ ਪੱਥਰ ਸੁੱਟੀਏ ਤਾਂ ਉਹ ਉਹਦੇ ਆਰ ਪਾਰ ਹੋ ਜਾਏਗਾ। ਧੁੰਦਲਾਪਣ ਹੋਏਗਾ ਜਿਵੇਂ ਧੁੰਦਲਾ ਫੋਟੋਗ੍ਰਾਫ ਹੋਵੇ। ਤੇ ਜੇ ਤੁਹਾਡੇ ਸੂਖਮ ਸਰੀਰ ਦਾ ਫੋਟੋਗ੍ਰਾਫ ਹੋਵੇ ਤਾਂ ਬਿਲਕੁਲ ਇਸ ਨਾਲ ਮੇਲ ਖਾਏਗਾ, ਲੇਕਿਨ ਅਜਿਹਾ ਮੇਲ ਖਾਏਗਾ ਜਿਵੇਂ ਕਿ ਕਈ ਸੈਂਕੜੇ ਸਾਲਾਂ ਵਿੱਚ ਪਾਣੀ ਪੈਂਦੇ ਪੈਂਦੇ ਇੱਕਦਮ ਧੁੰਦਲਾ ਹੋ ਗਿਆ ਹੋਵੇ, ਪਰ ਹੋਵੇਗਾ ਇਹੋ। ਗਾਂ ਦਾ ਹੋਏਗਾ ਤਾਂ ਗਾਂ ਵਰਗਾ ਹੋਏਗਾ, ਲੇਕਿਨ ਗਾਂ ਜਦੋਂ ਮਨੁੱਖੀ ਸਰੀਰ 'ਚ ਪ੍ਰਵੇਸ਼ ਕਰੇਗੀ ਤਾਂ ਸੂਖਮ ਸਰੀਰ, ਕਿਉਂਕਿ ਇੰਨਾ ਹਵਾਈ ਹੈ, ਉਹ ਕਿਸੇ ਆਕਾਰ 'ਚ ਫੌਰਨ ਢਲ ਸਕਦਾ ਹੈ। ਉਹ ਕੋਈ ਠੋਸ ਚੀਜ਼ ਨਹੀਂ ਹੈ। ਜਿਵੇਂ ਅਸੀਂ ਗਿਲਾਸ 25 ਤਰ੍ਹਾਂ ਦੇ ਗਿਲਾਸ ਰੱਖੀਏ ਤੇ ਪਾਣੀ ਨੂੰ ਇੱਕ ਗਿਲਾਸ 'ਚ ਪਾਈਏ ਤਾਂ ਪਾਣੀ ਉਸ ਆਕਾਰ ਦਾ ਹੋ ਜਾਂਦਾ ਹੈ। ਦੂਜੇ ਗਿਲਾਸਾਂ 'ਚ ਪਾਓ, ਦੂਜੇ ਆਕਾਰਾਂ ਦਾ ਹੋ ਜਾਂਦਾ ਹੈ, ਕਿਉਂਕਿ ਪਾਣੀ ਲਿਕੁਇਡ ਹੈ, ਉਹਦਾ ਕੋਈ ਠੋਸ ਆਕਾਰ ਨਹੀਂ ਹੈ। ਉਹ ਜਿਸ ਗਿਲਾਸ 'ਚ ਹੁੰਦਾ ਹੈ ਉਸੇ ਆਕਾਰ 'ਚ ਹੁੰਦਾ ਹੈ। ਤਾਂ ਉਹ ਜੋ ਸੂਖਮ ਸਰੀਰ ਹੈ, ਉਹ ਜਿਸ ਪ੍ਰਾਣੀ ਜੀਵਨ 'ਚ ਪ੍ਰਵੇਸ਼ ਕਰਦਾ ਹੈ ਉਸੇ ਆਕਾਰ ਦਾ ਹੋ ਜਾਂਦਾ ਹੈ, ਉਹਦੇ ਆਕਾਰ ਦਾ ਠੋਸਪੁਣਾ ਨਹੀਂ ਹੈ। ਇਸ ਲਈ ਜੇ ਗਾਂ ਦਾ ਸੂਖਮ ਸਰੀਰ ਨਿਕਲ ਕੇ ਮਨੁੱਖ 'ਚ ਪ੍ਰਵੇਸ਼ ਕਰੇਗਾ ਤਾਂ ਮਨੁੱਖ ਦਾ ਆਕਾਰ ਗ੍ਰਹਿਣ ਕਰ ਲਏਗਾ। ਤੇ ਸੂਖਮ ਸਰੀਰ ਦਾ ਜੋ ਆਕਾਰ ਹੈ ਉਹ ਡਿਜ਼ਾਇਰ ਤੋਂ ਪੈਦਾ ਹੁੰਦਾ ਹੈ, ਉਹ ਵਾਸਨਾ ਤੋਂ ਪੈਦਾ ਹੁੰਦਾ ਹੈ। ਜਿਸ ਜੀਵਨ 'ਚ ਪ੍ਰਵੇਸ਼ ਦੀ ਵਾਸਨਾ ਪੈਦਾ ਹੋ ਜਾਏਗੀ, ਸੂਖਮ ਸਰੀਰ ਉਸੇ ਦਾ ਆਕਾਰ ਲੈ ਲਏਗਾ। ਤੇ ਜੇ ਅਸੀਂ ਆਪਣੇ ਇਸ ਸਰੀਰ ਉੱਤੇ ਵੀ ਪ੍ਰਯੋਗ ਕਰੀਏ ਤਾਂ ਅਸੀਂ ਬਹੁਤ ਹੈਰਾਨ ਹੋਵਾਂਗੇ। ਇਸ ਸਰੀਰ ਉੱਤੇ ਵੀ ਜੇ ਅਸੀਂ ਪ੍ਰਯੋਗ ਕਰੀਏ ਤੇ ਬਹੁਤ ਸਾਰੇ ਆਕਾਰ ਸਾਡੀ ਵਾਸਨਾ ਤੋਂ ਲੈਂਦਾ ਹੈ, ਇਸ ਲਈ ਹੈਰਾਨ ਹੋ ਜਾਵਾਂਗੇ। ਅਜੇ ਤਾਂ ਵਿਗਿਆਨੀ ਵੀ ਇਸ ਗੱਲ ਨੂੰ ਸਮਝਣੋਂ ਅਸਮਰਥ ਹਨ ਕਿ ਅਸੀਂ ਖਾਣਾ ਖਾਂਦੇ ਹਾਂ ਤਾਂ ਉਸੇ ਖਾਣੇ ਤੋਂ ਹੱਡੀ ਬਣਦੀ ਹੈ, ਉਸੇ ਖਾਣੇ ਤੋਂ ਖੂਨ ਬਣਦਾ ਹੈ, ਉਸੇ ਖਾਣੇ ਤੋਂ ਹੱਥ ਦੀ ਚਮੜੀ ਬਣਦੀ ਹੈ, ਉਸੇ ਖਾਣੇ ਤੋਂ ਅੱਖ ਦੀ ਅੰਦਰ ਦੀ ਚਮੜੀ ਵੀ ਬਣਦੀ ਹੈ। ਲੇਕਿਨ ਅੱਖ ਦੀ ਚਮੜੀ ਵੇਖਦੀ ਹੈ, ਹੱਥ ਦੀ ਚਮੜੀ ਨਹੀਂ ਦੇਖਦੀ, ਤੇ ਕੰਨ ਦੀ ਹੱਡੀ ਸੁਣਦੀ ਹੈ ਤੇ ਹੱਥ ਦੀ ਹੱਡੀ ਨਹੀਂ ਸੁਣਦੀ। ਤੇ ਜੋ ਤੱਤ ਅਸੀਂ ਲੈ ਜਾਂਦੇ ਹਾਂ ਉਹ ਇੱਕ ਹੀ ਹਨ, ਤੇ ਇਹਨਾਂ ਦਾ ਸਾਰੇ ਦਾ ਸਾਰਾ ਨਿਰਮਾਣ ਅੰਦਰ ਜੋ ਹੁੰਦਾ ਹੈ ਉਹ ਕਿਸ ਆਧਾਰ ਉੱਤੇ ਹੋ ਰਿਹਾ ਹੈ, ਤਾਂ ਉਹ ਜੋ ਸਾਡੇ ਅੰਦਰ ਜੋ ਗਹਿਰੀ ਵਾਸਨਾ ਹੈ, ਉਹ ਵਾਸਨਾ ਆਕਾਰ ਦਿੰਦੀ ਹੈ। ਤੇ ਉਸ ਵਾਸਨਾ ਦਾ ਅਤ ਸੂਖਮ ਰੂਪ ਹੁਣ ਉਹ ਕਹਿੰਦੇ ਹਨ ਕਿ ਜ਼ਰੂਰ ਕਿਸੇ ਕੋਡ ਲੈਂਗੁਏਜ ਵਿੱਚ ਕਿਤੇ ਨਾ ਕਿਤੇ ਲਿਖਿਆ ਹੋਏਗਾ। ਜਿਵੇਂ ਇੱਕ ਬੀਜ ਹੈ, ਉਸ ਬੀਜ ਨੂੰ ਅਸੀਂ ਬੀਜ ਦਿੰਦੇ ਹਾਂ, ਤੋੜ ਕੇ ਵੇਖੀਏ ਤਾਂ ਸਾਨੂੰ ਕੁਝ ਪਤਾ ਨਹੀਂ ਲੱਗਦਾ। ਉਸ ਬੀਜ ਨੂੰ ਅਸੀਂ ਮਿੱਟੀ 'ਚ ਬੀਜਦੇ ਹਾਂ ਤੇ ਉਸ 'ਚੋਂ ਇੱਕ ਫੁੱਲ ਨਿਕਲਦਾ ਹੈ, ਸਮਝੋ ਸੂਰਜਮੁਖੀ ਦਾ ਫੁੱਲ ਨਿਕਲਦਾ ਹੈ। ਤਾਂ ਸੂਰਜਮੁਖੀ ਦੇ ਫੁੱਲ 'ਚ ਜਿੰਨੀਆਂ ਪੱਤੀਆਂ ਹਨ ਉਹਦਾ ਕੁਝ ਨਾ ਕੁਝ ਕੋਡ ਲੈਂਗੁਏਜ ਵਿੱਚ ਉਸ ਬੀਜ 'ਚ ਲਿਖਿਆ ਹੋਇਆ ਹੋਣਾ ਚਾਹੀਦਾ ਹੈ, ਵਰਨਾ ਇਹ ਕਿਵੇਂ ਸੰਭਵ ਹੈ ਕਿ ਸੂਰਜਮੁਖੀ ਦਾ ਹੀ ਪੌਦਾ ਬਣਦਾ ਹੈ, ਇਹ ਦੂਜਾ ਪੌਦਾ ਨਹੀਂ ਬਣ ਜਾਂਦਾ। ਬੀਜ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਸੂਖਮ ਤਲ ਉੱਤੇ ਜੋ ਹੋਣ ਵਾਲਾ ਹੈ ਉਹ ਸਭ ਲਿਖਿਆ ਹੋਣਾ ਚਾਹੀਦਾ ਹੈ। ਇੱਕ ਮਾਂ ਦੇ ਪੇਟ ਵਿੱਚ ਇੱਕ ਅਣੂ ਗਿਆ ਹੈ, ਉਸ ਅਣੂ 'ਚ ਉਹ ਸਭ ਲਿਖਿਆ ਹੋਇਆ ਹੈ ਜੋ ਤੁਹਾਡੇ ਵਿੱਚ ਸੰਭਵ ਹੋਏਗਾ। ਉਸ ਅਣੂ ਵਿੱਚ ਕਿੱਥੇ ਲਿਖਿਆ ਹੋਇਆ ਹੈ ਅਜੇ ਤੱਕ ਵਿਗਿਆਨੀਆਂ ਦੀ ਪਕੜ ਤੋਂ ਬਾਹਰ ਹੈ, ਲੇਕਿਨ ਅਧਿਆਤਮਕ ਜਾਂ ਯੋਗ ਦਾ ਕਹਿਣਾ ਇਹ ਹੈ ਕਿ ਉਸ ਵਿੱਚ ਜੋ ਪ੍ਰਾਣ ਦਾਖਲ ਹੋਇਆ ਹੈ, ਉਸ ਪ੍ਰਾਣ ਦੀ ਜੋ ਵਾਸਨਾ ਹੈ ਉਹ ਵਾਸਨਾ ਕੋਡ ਹੈ, ਉਸ ਕੋਡ ਤੋਂ ਸਭ ਵਿਕਸਿਤ ਹੋਏਗਾ। ਤੇ ਉਹ ਜੋ ਸੂਖਮ ਸਰੀਰ ਹੈ ਜਦੋਂ ਤੱਕ ਇੱਕ ਹੀ ਤਰ੍ਹਾਂ ਦੀ ਜੀਵਨ ਯਾਤਰਾ ਕਰੇਗਾ, ਜਿਵੇਂ 10 ਜਨਮ ਹੋਣਗੇ ਆਦਮੀ ਦੇ ਤਾਂ ਉਹ ਆਦਮੀ ਦਾ ਰਹੇਗਾ, ਲੇਕਿਨ ਹਰ ਜਨਮ 'ਚ ਉਹਦਾ ਆਕਾਰ ਬਦਲਦਾ ਚਲਾ ਜਾਏਗਾ ਤੇ ਉਹ ਆਕਾਰ ਵੀ ਤੁਹਾਡੀ ਵਾਸਨਾ ਤੋਂ ਹੀ ਨਿਰਧਾਰਿਤ ਹੋਏਗਾ। ਪ੍ਰਸ਼ਨ: ਓਸ਼ੋ, ਸੂਖਮ ਸਰੀਰ ਦੇ ਨਾਲ ਚੱਕਰ ਜਾਂਦੇ ਹਨ ਜਾਂ ਨਹੀਂ ਜਾਂਦੇ? ਉੱਤਰ: ਚੱਕਰ ਨਾ। ਹਾਂ, ਚੱਕਰ ਤਾਂ ਜੋ ਅਸਲ 'ਚ ਗੌਰ ਨਾਲ ਸਮਝੀਏ ਤਾਂ ਸੂਖਮ ਸਰੀਰ ਤੇ ਇਸ ਸਥੂਲ ਸਰੀਰ ਦੇ ਵਿੱਚ ਜੋ ਕੰਟੈਕਟ ਫੀਲਡ ਹਨ ਉਹਨਾਂ ਦਾ ਨਾਮ ਚੱਕਰ ਹੈ। ਯਾਨੀ ਤੁਹਾਡਾ ਇਹ ਸਰੀਰ ਤੇ ਉਹ ਸਰੀਰ ਜਿੱਥੇ ਜਿੱਥੇ ਛੂੰਹਦਾ ਹੈ ਉਹ ਚੱਕਰ ਹਨ, ਤਾਂ ਉਹ ਸਭ ਆਮ ਹਨ, ਉਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ। ਪ੍ਰਸ਼ਨ: ਪ੍ਰਾਣੀ ਵਿੱਚ ਤੇ? ਉੱਤਰ: ਸਭ ਵਿੱਚ। ਜਿੱਥੋਂ ਗਾਂ ਦਾ ਸਰੀਰ ਛੂਏਗਾ ਉੱਥੇ ਚੱਕਰ ਬਣ ਜਾਏਗਾ ਤੇ ਉਸ ਛੂਹਣ ਦੇ ਸਥਾਨ ਤੈਅ ਹਨ। ਜਿਵੇਂ ਸਮਝ ਲਈਏ ਸੈਕਸ ਦੇ ਸੈਂਟਰ ਤੇ ਇੱਕ ਚੱਕਰ ਹੋਏਗਾ, ਚਾਹੇ ਉਹ ਕਿਸੇ ਜਾਤੀ ਦਾ ਪ੍ਰਾਣੀ ਹੋਵੇ, ਕੁੱਤਾ ਹੋਵੇ, ਬਿੱਲੀ ਹੋਵੇ, ਆਦਮੀ ਹੋਵੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇੱਕ ਬਹੁਤ ਫੋਰਸਫੁਲ ਚੱਕਰ ਸੈਕਸ ਦੇ ਸੈਂਟਰ ਤੇ ਹੋਏਗਾ ਤਾਂ ਉਹ ਚੱਕਰ ਸਭ ਸਰੀਰਾਂ 'ਚ ਹੋਏਗਾ, ਉਹਨਾਂ ਦਾ ਆਕਾਰ ਕੁਝ ਵੀ ਹੋਵੇ ਉਸ ਜਗ੍ਹਾ ਚੱਕਰ ਹੋਏਗਾ। ਹਾਂ, ਉਹ ਚੱਕਰ ਛੋਟਾ ਵੱਡਾ ਹੋ ਸਕਦਾ ਹੈ, ਕਮਜ਼ੋਰ ਤਾਕਤਵਰ ਹੋ ਸਕਦਾ ਹੈ। ਪ੍ਰਸ਼ਨ: 7 ਚੱਕਰ ਹੁੰਦੇ ਹਨ? ਹਾਂ, 7 ਚੱਕਰ
ਹੁੰਦੇ ਹਨ। ਇਹਦਾ ਮਤਲਬ ਸਿਰਫ ਇੰਨਾ ਹੈ ਕਿ ਉਹਨਾਂ ਦੇ ਬਾਕੀ ਚੱਕਰ ਗੈਰ ਸਰਗਰਮ ਪਏ ਹੁੰਦੇ ਹਨ। ਉਹ ਜਦੋਂ ਵੀ ਸਰਗਰਮ ਹੋ ਜਾਣਗੇ ਉਹਨਾਂ ਦੀਆਂ ਉਨੀਆਂ ਇੰਦਰੀਆਂ ਪ੍ਰਗਟ ਹੋਣ ਲੱਗਣਗੀਆਂ। ਚੱਕਰ ਗੈਰ ਸਰਗਰਮ ਹੋ ਸਕਦੇ ਹਨ ਤੇ ਸਾਡੇ ਅੰਦਰ ਵੀ 7 ਚੱਕਰ ਹੁੰਦੇ ਹਨ, ਲੇਕਿਨ 7 ਸਰਗਰਮ ਨਹੀਂ ਹੁੰਦੇ। 7 ਸਰਗਰਮ ਹੋ ਜਾਣ ਤਾਂ ਬਹੁਤ ਅਦਭੁਤ ਘਟਨਾ ਘਟ ਗਈ। ਸਾਡੇ ਵੀ 7 ਸਰਗਰਮ ਨਹੀਂ ਹੁੰਦੇ। ਆਮ ਤੌਰ ਤੇ 100 ਆਦਮੀਆਂ ਦੀ ਜਾਂਚ ਪੜਤਾਲ ਕਰਾਂਗੇ ਤਾਂ ਸੈਕਸ ਦਾ ਚੱਕਰ ਤਾਂ ਸਭ ਵਿੱਚ ਸਰਗਰਮ ਮਿਲੇਗਾ। ਬਾਕੀ 6 ਚੱਕਰਾਂ ਵਿੱਚੋਂ ਕੋਈ ਇੱਕ ਅੱਧ ਚੱਕਰ ਕਿਸੇ ਵਿੱਚ ਸਰਗਰਮ ਹੋਏਗਾ, ਕਿਸੇ 'ਚ 2 ਚੱਕਰ ਸਰਗਰਮ ਹੋਣਗੇ, ਨਹੀਂ ਤਾਂ ਨਹੀਂ ਹੋਣਗੇ। ਪ੍ਰਕਿਰਤੀ ਨੇ ਤਾਂ ਜਿੰਨੇ ਚੱਕਰ ਸਰਗਰਮ ਉਹਦੇ ਬਣਾਏ ਹੈ ਉਹ ਤਾਂ ਸਰਗਰਮ ਰਹਿੰਦੇ ਹੀ ਹੈ, ਲੇਕਿਨ ਜਿੰਨੇ ਸਾਧਨਾ ਨਾਲ ਸਰਗਰਮ ਹੁੰਦੇ ਹਨ ਉਹ ਨਹੀਂ ਸਰਗਰਮ ਹੁੰਦੇ। ਉਹ ਹਨ ਸਾਡੇ ਅੰਦਰ, ਲੇਕਿਨ ਉਹ ਗੈਰ ਸਰਗਰਮ ਪਏ ਹੋਣਗੇ। ਜਿਵੇਂ ਕਿ ਬਿਜਲੀ ਦਾ ਬਟਨ ਤਾਂ ਹੈ, ਬੱਲਬ ਵੀ ਹੈ, ਲੇਕਿਨ ਬਟਨ ਆਫ ਹੈ ਤਾਂ ਬੱਲਬ ਬੰਦ ਪਿਆ ਹੋਇਆ ਹੈ। ਉਹ ਆਨ ਹੋ ਜਾਏ ਤਾਂ ਬੱਲਬ ਜਗ ਜਾਏ। ਚੱਕਰ ਪੂਰੀ ਤਰ੍ਹਾਂ ਮੌਜੂਦ ਹਨ, ਲੇਕਿਨ ਆਨ ਹਾਲਤ ਵਿੱਚ ਨਹੀਂ ਹਨ, ਆਫ ਹਾਲਤ ਵਿੱਚ ਹਨ। ਤਾਂ ਸਾਡੇ ਜਿੰਨੇ ਸ੍ਰੇਸ਼ਟਤਰ ਚੱਕਰ ਹਨ ਉਹ ਸਭ ਆਫ ਹਾਲਤ ਵਿੱਚ ਹਨ ਤੇ ਧਿਆਨ ਨਾਲ ਤੇ ਯੋਗ ਨਾਲ ਉਹਨਾਂ ਨੂੰ ਆਨ ਹਾਲਤ ਵਿੱਚ ਲਿਆਉਣ ਦੀ ਹੀ ਸਾਰੀ ਚੇਸ਼ਟਾ ਕੀਤੀ ਜਾਂਦੀ ਹੈ। ਉਹ ਆਨ ਹੋ ਜਾਣ ਤੇ ਉਹ ਸਰਗਰਮ ਹੋ ਜਾਣ, ਤੇ ਜਿੰਨੇ ਉੱਪਰ ਦੇ ਚੱਕਰ ਸਰਗਰਮ ਹੋਣ ਲੱਗਦੇ ਹਨ ਉਹਨੇ ਹੇਠਾਂ ਦੇ ਚੱਕਰ ਆਪਣੇ ਆਪ ਗੈਰ ਸਰਗਰਮ ਹੋਣ ਲੱਗਦੇ ਹਨ, ਕਿਉਂਕਿ ਜੋ ਸ਼ਕਤੀ ਸਾਡੇ ਕੋਲ ਹੈ ਉਹ ਹੀ ਹੈ। ਉਹ ਹੌਲੀ ਹੌਲੀ ਉੱਪਰ ਦੇ ਚੱਕਰਾਂ 'ਚ ਗਤੀਮਾਨ ਹੋ ਜਾਂਦੀ ਹੈ, ਹੇਠਾਂ ਦੇ ਚੱਕਰ ਸਥਿਰ ਹੋ ਜਾਂਦੇ ਹਨ। ਇਸ ਉੱਤੇ ਕਦੀ ਪੂਰੀ ਗੱਲ ਕਰਨੀ ਚੰਗੀ ਹੋਏਗੀ। ਮੈਂ ਚਾਹੁੰਦਾ ਕਿ ਕਦੀ ਪੂਰੀ ਇੱਕ ਸੀਰੀਜ਼ ਲੈਕਚਰਸ ਦੀ ਇਸ ਉੱਤੇ ਹੋ ਸਕੇ ਤਾਂ ਅੱਛਾ ਹੈ। ਪ੍ਰਸ਼ਨ ਗੁਜਰਾਤ ਵਿੱਚ ਦਿੱਤਾ ਸੀ ਤੁਸੀਂ ਇੱਕ ਲੈਕਚਰ ਇਸ ਉੱਪਰ। ਉੱਤਰ ਬਹੁਤ ਗੱਲ ਕਰਨ ਵਰਗੀ ਹੈ, ਬਹੁਤ ਗੱਲ ਕਰਨ ਵਰਗੀ, ਕਿਉਂਕਿ ਮਾਮਲਾ ਇੰਨਾ ਸੌਖਾ ਨਹੀਂ ਹੈ ਜਿੰਨਾ ਆਮ ਤੌਰ ਤੇ ਸਮਝਿਆ ਜਾਂਦਾ ਹੈ। ਕਾਫੀ ਗੁੰਝਲਦਾਰ ਹੈ। ਪ੍ਰਸ਼ਨ ਓਸ਼ੋ ਪਿਛਲੇ ਜਨਮਾਂ 'ਚ ਜਾਣ ਲਈ ਜੋ ਤੁਸੀਂ ਗੱਲ ਕਹੀ ਉਹਦੇ ਲਈ ਪ੍ਰਯੋਗ ਕਰਨਾ ਹੋਏਗਾ। ਆਊਟਲਾਈਨ ਦਿੱਤੀ ਜਾ ਸਕਦੀ ਹੈ? ਉੱਤਰ ਨਹੀਂ, ਉਹ ਤਾਂ ਤੁਸੀਂ ਆ ਜਾਓ ਤਾਂ ਕਰਵਾਈ ਦਿਆਂ। ਆਊਟਲਾਈਨ ਜ਼ਰਾ ਮੁਸ਼ਕਿਲ ਗੱਲ ਹੈ ਨਾ, ਆਊਟਲਾਈਨ ਨਾਲ ਕੰਮ ਨਹੀਂ ਬਣੇਗਾ ਤੇ ਆਊਟਲਾਈਨ ਦਿੱਤੀ ਵੀ ਨਹੀਂ ਜਾ ਸਕਦੀ। ਉਹ ਤਾਂ ਤੁਸੀਂ ਇੱਕ ਸਟੈਪ ਪੂਰਾ ਕਰੋ ਤਾਂ ਦੂਜੇ ਦੀ ਆਊਟਲਾਈਨ ਦਿੱਤੀ ਜਾ ਸਕਦੀ ਹੈ, ਨਹੀਂ ਤਾਂ ਤੁਸੀਂ ਪਰੇਸ਼ਾਨੀ 'ਚ ਪੈ ਜਾਓਗੇ। ਉਸ ਨਾਲ ਕੋਈ ਮਤਲਬ ਨਹੀਂ ਹੈ। ਤੇ ਕੁਝ ਦਾ ਕੁਝ ਕਰ ਬੈਠੋ, ਉਸ ਨਾਲ ਕੋਈ ਮਤਲਬ ਨਹੀਂ ਹੋਏਗਾ। ਉਹ ਤਾਂ ਇੱਕ ਸਟੈਪ ਪੂਰਾ ਹੋ ਜਾਏ ਤਾਂ ਦੂਜੇ ਸਟੈਪ ਦੀ ਗੱਲ ਕਰਨੀ ਸਾਰਥਕ ਹੈ। ਪ੍ਰਸ਼ਨ ਓਸ਼ੋ ਇਹ ਪੋਸੀਬਲ ਹੈ ਇਹ ਉਸ ਨਾਲ ਖਿਆਲ 'ਚ ਆ ਸਕੇ? ਜਿਵੇਂ ਇੱਕ ਵਿਗਿਆਨੀ ਪ੍ਰਯੋਗ ਕਰਦਾ ਹੈ ਤਾਂ ਸਭ ਲੋਕ ਘਰ 'ਚ ਪ੍ਰਯੋਗ ਨਹੀਂ ਕਰਦੇ, ਲੇਕਿਨ ਉਹ ਜੋ ਡਿਸਕ੍ਰਾਈਬ ਕਰਦੇ ਹਨ ਉਸ ਤੋਂ ਅਜਿਹਾ ਲੱਗਦਾ ਹੈ ਕਿ ਅਜਿਹਾ ਹੋ ਸਕਦਾ ਹੈ। ਉੱਤਰ ਇਹਨਾਂ ਦੋਹਾਂ 'ਚ ਬੁਨਿਆਦੀ ਫਰਕ ਹੈ। ਇਹ ਵਿਗਿਆਨਕ ਪ੍ਰਯੋਗ ਨਹੀਂ ਹੈ ਉਸ ਅਰਥਾਂ ਦਾ, ਕਿਉਂਕਿ ਵਿਗਿਆਨ ਤੇ ਧਰਮ ਦੇ ਪ੍ਰਯੋਗ 'ਚ ਜੋ ਬੁਨਿਆਦੀ ਫਰਕ ਹੈ ਉਹ ਇਹ ਹੈ ਕਿ ਵਿਗਿਆਨ ਦਾ ਪ੍ਰਯੋਗ ਆਬਜੈਕਟਿਵ ਹੈ। ਇੱਕ ਬਿਜਲੀ ਦਾ ਪੱਖਾ ਕਿਸੇ ਨੇ ਬਣਾਇਆ ਤਾਂ ਜਿਹਨੇ ਬਣਾਇਆ ਉਸੇ ਨੂੰ ਪੱਖਾ ਦਿਖਦਾ ਹੈ। ਅਜਿਹਾ ਨਹੀਂ ਹੈ ਜਿਨ੍ਹਾਂ ਨੇ ਨਹੀਂ ਬਣਾਇਆ ਉਹ ਸਿਰਫ ਦੇਖਣ ਨੂੰ ਆ ਕੇ ਖੜੇ ਹੋ ਗਏ ਹਨ, ਉਹਨਾਂ ਨੂੰ ਵੀ ਪੱਖਾ ਦਿਖਦਾ ਹੈ। ਚਲਾਏਗਾ ਤਾਂ ਚੱਲਦਾ ਹੋਇਆ ਵੀ ਦਿਸਦਾ ਹੈ। ਉਹ ਮੰਨਦੇ ਹਨ ਕਿ ਠੀਕ ਹੈ ਪੱਖਾ ਚੱਲਦਾ ਹੈ, ਹਵਾ ਦਿੰਦਾ ਹੈ। ਵਿਗਿਆਨ ਜੋ ਪ੍ਰਯੋਗ ਕਰ ਰਿਹਾ ਆਬਜੈਕਟ ਦੇ ਨਾਲ ਕਰ ਰਿਹਾ ਹੈ, ਧਰਮ ਜੋ ਪ੍ਰਯੋਗ ਕਰ ਰਿਹਾ ਉਹ ਸਬਜੈਕਟ ਦੇ ਨਾਲ ਕਰ ਰਿਹਾ ਹੈ। ਮੈਂ ਆਪਣੇ ਨਾਲ ਜੋ ਪ੍ਰਯੋਗ ਕੀਤੇ ਹਨ ਉਹ ਤੁਹਾਨੂੰ ਕਿਸੇ ਹਾਲਤ 'ਚ ਨਹੀਂ ਦਿਖ ਸਕਦੇ, ਕੋਈ ਕਾਰਨ ਨਹੀਂ ਦਿਸਣ ਦਾ। ਸੱਚ ਤਾਂ ਇਹ ਹੈ ਕਿ ਮੇਰੇ ਸਰੀਰ ਤੋਂ ਜ਼ਿਆਦਾ ਤੁਹਾਨੂੰ ਮੇਰੇ ਅੰਦਰ ਕੁਝ ਵੀ ਦਿਖਾਈ ਨਹੀਂ ਦਿੰਦਾ। ਕਿਵੇਂ ਦਿਖਾਈ ਦੇਗਾ? ਸਰੀਰ ਆਬਜੈਕਟ ਹੈ, ਲੇਕਿਨ ਮੈਂ ਤਾਂ ਕਦੀ ਤੁਹਾਡੇ ਲਈ ਆਬਜੈਕਟ ਨਹੀਂ ਹੋ ਸਕਦਾ, ਨਾ ਤੁਸੀਂ ਮੇਰੇ ਲਈ ਆਬਜੈਕਟ ਹੋ ਸਕਦੇ ਹੋ। ਤੇ ਧਰਮ ਦੇ ਸਾਰੇ ਪ੍ਰਯੋਗ ਸਬਜੈਕਟ ਨਾਲ ਜੁੜੇ ਹੋਏ ਹਨ, ਉਹ ਜੋ ਅੰਦਰ ਹੈ ਉਸ ਨਾਲ। ਤਾਂ ਜੇ ਇੱਕ ਮਹਾਵੀਰ ਜਾਂ ਇੱਕ ਬੁੱਧ ਕਿੰਨੇ ਹੀ ਪ੍ਰਯੋਗ ਕਰ ਲੈਣ, ਫਿਰ ਵੀ ਬਾਹਰ ਜੇ ਮਹਾਵੀਰ ਨੂੰ ਲਿਆ ਕੇ ਬਿਠਾ ਦਿੱਤਾ ਜਾਏ ਆਮ ਕੱਪੜਿਆਂ 'ਚ ਤੁਹਾਡੇ ਵਿਚਕਾਰ, ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਇੱਥੇ ਮਹਾਵੀਰ ਬੈਠੇ ਹੋਏ ਹੈ, ਕਿਉਂਕਿ ਜੋ ਘਟਨਾ ਘਟੀ ਹੈ ਉਹ ਇੰਨੀ ਆਂਤਰਿਕ ਹੈ, ਇੰਨੀ ਅੰਦਰਲੀ ਹੈ ਕਿ ਉਹ ਸਿਰਫ ਮਹਾਵੀਰ ਲਈ ਹੀ ਦਿਖਾਵਾ ਹੋ ਸਕਦਾ ਹੈ। ਉਸ ਦਾ ਦਿਖਾਵਾ ਬਾਹਰ ਤੋਂ ਨਹੀਂ ਹੋ ਸਕਦਾ। ਤੇ ਬਾਹਰ ਤੋਂ ਵੀ ਇੱਕ ਸਥਿਤੀ 'ਚ ਹੋ ਸਕਦਾ ਹੈ ਕਿ ਠੀਕ ਉਹੋ ਜਿਹੀ ਘਟਨਾ ਤੁਹਾਡੇ ਅੰਦਰ ਵੀ ਘਟੀ ਹੋਵੇ ਤਾਂ ਕੋਈ ਅੰਦਰੂਨੀ ਪਛਾਣ ਹੋ ਸਕਦੀ ਹੈ ਕਿ ਮਹਾਵੀਰ ਦੀ ਅੱਖ 'ਚ ਤੁਹਾਨੂੰ ਉਹ ਗੱਲ ਦਿਖਾਈ ਦੇਣ ਲੱਗੇ ਜੋ ਤੁਹਾਡੀ ਆਪਣੀ ਅੱਖ 'ਚ ਤੁਹਾਨੂੰ ਅਨੁਭਵ ਹੁੰਦੀ ਹੈ। ਮਹਾਵੀਰ ਦੇ ਚੱਲਣ ਵਿੱਚ ਤੁਹਾਨੂੰ ਉਹ ਗੱਲ ਦਿਖਾਈ ਦੇਣ ਲੱਗੇ ਜੋ ਤੁਹਾਡੇ ਚੱਲਣ ਵਿੱਚ ਫਰਕ ਪੈ ਗਿਆ।
ਤਾਂ ਸ਼ਾਇਦ ਤੁਹਾਨੂੰ ਥੋੜ੍ਹਾ ਅੰਦਾਜ਼ਾ ਲੱਗੇ ਕਿ ਇਸ ਆਦਮੀ ਦੇ ਅੰਦਰ ਵੀ ਕੁਝ ਉਹੋ ਜਿਹੀ ਗੱਲ ਤਾਂ ਨਹੀਂ ਹੋ ਗਈ ਜਿਹੋ ਜਿਹੀ ਮੇਰੇ ਅੰਦਰ ਹੋ ਗਈ ਹੈ, ਨਹੀਂ ਤਾਂ ਵਰਨਾ ਬਿਲਕੁਲ ਮੁਸ਼ਕਿਲ ਮਾਮਲਾ ਹੈ। ਤੇ ਰੂਪ ਰੇਖਾ ਦੀ ਜੋ ਗੱਲ ਹੈ ਕਿ ਇੱਕ ਆਊਟਲਾਈਨ ਵੀ ਦਿੱਤੀ ਜਾ ਸਕੇ, ਆਊਟਲਾਈਨ ਦੇਣਾ ਵੀ ਬਿਲਕੁਲ ਮੁਸ਼ਕਿਲ ਹੈ, ਕਿਉਂਕਿ ਮਾਮਲਾ ਅਜਿਹਾ ਹੈ। ਸਮਝ ਲਓ ਪਹਿਲੀ ਕਲਾਸ 'ਚ ਇੱਕ ਵਿਦਿਆਰਥੀ ਦਾਖਲ ਹੋਇਆ, ਉਹ ਕਹਿੰਦਾ ਕਿ ਥੋੜ੍ਹੀ ਬਹੁਤ ਸਾਨੂੰ ਮੈਟ੍ਰਿਕ ਦੀ ਆਊਟਲਾਈਨ ਦੇ ਦਿੱਤੀ ਜਾਏ ਤਾਂ ਸਾਨੂੰ ਪਹਿਲੀ ਕਲਾਸ 'ਚ ਪੜ੍ਹਨ 'ਚ ਥੋੜ੍ਹੀ ਸੌਖ ਹੋਵੇ। ਤਾਂ ਉਹਨੂੰ ਅਧਿਆਪਕ ਕਹੇਗਾ, ਕਿਉਂਕਿ ਤੁਸੀਂ ਪਹਿਲੀ ਕਲਾਸ ਤੋਂ ਹੀ ਜਾਣੂ ਨਹੀਂ ਹੋ, ਮੈਟ੍ਰਿਕ ਦੀ ਆਊਟਲਾਈਨ ਦਾ ਕੋਈ ਮਾਮਲਾ ਹੀ ਨਹੀਂ ਉੱਠਦਾ, ਕਿਉਂਕਿ ਉਹ ਅਸੀਂ ਕਿਵੇਂ ਤੁਹਾਨੂੰ ਦੇਵਾਂਗੇ ਅਤੇ ਤੁਸੀਂ ਕਿਵੇਂ ਜਾਣੋਗੇ, ਕੀ ਕਰੋਗੇ ਤੁਸੀਂ ਉਹਨੂੰ ਜਾਣ ਕੇ? ਤੁਸੀਂ ਪਛਾਣ ਵੀ ਨਹੀਂ ਸਕਦੇ ਉਹਨੂੰ, ਕਿਉਂਕਿ ਜਿਸ ਭਾਸ਼ਾ 'ਚੋਂ ਆਊਟਲਾਈਨ ਦਿੱਤੀ ਜਾਣ ਵਾਲੀ ਹੈ ਉਸ ਭਾਸ਼ਾ ਤੁਸੀਂ ਜਦੋਂ ਤੱਕ ਇਹਨਾਂ ਕਲਾਸਾਂ 'ਚੋਂ ਗੁਜ਼ਰੋਗੇ ਤਦ ਤੁਹਾਡੇ ਕੋਲ ਹੋਏਗੀ, ਉਹ ਆਊਟਲਾਈਨ ਵੀ ਜੋ ਦਿੱਤੀ ਜਾਣ ਵਾਲੀ ਹੈ। ਸਮਝ ਲਓ ਇੱਕ 5 ਸਾਲ 7 ਸਾਲ ਦਾ ਬੱਚਾ ਹੈ, ਉਹਨੂੰ ਜੇ ਸੈਕਸ ਦੇ ਸੰਬੰਧ 'ਚ ਸਮਝਾਉਣ ਬੈਠੀਏ ਤਾਂ ਬਹੁਤ ਔਖ ਹੋਏਗੀ, ਕਿਉਂਕਿ ਇਸ ਬੱਚੇ ਦੇ ਕੋਲ ਕੋਈ ਅੰਦਰੂਨੀ ਭੂਮਿਕਾ ਨਹੀਂ ਹੈ ਜਿਸ ਨਾਲ ਸੈਕਸ ਦੀ ਭਾਸ਼ਾ ਉਹ ਸਮਝ ਸਕੇ। ਇਸ ਦੇ ਲਈ ਕੋਈ ਸਵਾਲ ਨਹੀਂ ਉੱਠਦਾ ਕਿ ਉਹ ਕਿਵੇਂ ਸਮਝੇ। ਤੁਸੀਂ ਕੀ ਕਹਿ ਰਹੇ ਹੋ, ਉਹ ਕਿਵੇਂ ਸਮਝੇ? ਤੁਸੀਂ ਆਊਟਲਾਈਨ ਵੀ ਦੇ ਦਿਓਗੇ ਤਦ ਵੀ ਉਹਨੂੰ ਅਜਿਹਾ ਲੱਗੇਗਾ ਪਤਾ ਨਹੀਂ ਕਿਸ ਲੋਕ ਦੀ ਗੱਲ ਕੀਤੀ ਜਾ ਰਹੀ ਹੈ ਜਿਹਦੀ ਮੈਨੂੰ ਕੋਈ ਪਛਾਣ ਨਹੀਂ ਹੈ, ਕੀ ਕਿਹਾ ਜਾ ਰਿਹਾ ਹੈ। ਤਾਂ ਜਿੰਨੇ ਡੂੰਘੇ ਸੱਚ ਹਨ ਅੰਦਰ ਦੇ, ਉਹਨਾਂ ਦੀ ਬਿਲਕੁਲ ਮੁੱਢਲੀ ਗੱਲ ਕੀਤੀ ਜਾ ਸਕਦੀ ਹੈ, ਬਿਲਕੁਲ ਸ਼ੁਰੂ ਦੀ, ਤੇ ਇੱਕ ਇੱਕ ਕਦਮ ਉਹਨਾਂ 'ਚ ਗਤੀ ਹੋਵੇ ਤਾਂ ਅੱਗੇ ਦੀ ਇੱਕ ਇੱਕ ਕਦਮ ਦੀ ਗੱਲ ਅੱਗੇ ਕੀਤੀ ਜਾ ਸਕਦੀ ਹੈ, ਤੇ ਇੱਕ ਹੱਦ ਤੋਂ ਬਾਅਦ ਪੂਰੀ ਗੱਲ ਕੀਤੀ ਜਾ ਸਕਦੀ ਹੈ, ਨਹੀਂ ਤਾਂ ਨਹੀਂ ਕੀਤੀ ਜਾ ਸਕਦੀ। ਤੇ ਸਾਡੀ ਮੁਸ਼ਕਿਲ ਇਹ ਹੈ ਕਿ ਸਾਡੇ ਵਿੱਚੋਂ ਪ੍ਰਯੋਗ ਕਰਨ ਲਈ ਬਹੁਤ ਘੱਟ ਲੋਕ ਹਿੰਮਤ ਕਰਦੇ ਹਨ, ਤੇ ਕੁਝ ਗੱਲਾਂ ਅਜਿਹੀਆਂ ਹਨ ਜੋ ਬਿਨਾਂ ਪ੍ਰਯੋਗ ਦੇ ਕਦੀ ਅਨੁਭਵ 'ਚ ਆ ਹੀ ਨਹੀਂ ਸਕਦੀਆਂ। ਛੋਟਾ ਮੋਟਾ ਪ੍ਰਯੋਗ ਹੀ ਕਰਨਾ ਸਾਨੂੰ ਔਖਾ ਹੋ ਜਾਂਦਾ ਹੈ, ਤੇ ਇਹ ਸਾਰੇ ਪ੍ਰਯੋਗ ਤਾਂ ਜਿਹਨੂੰ ਅਸੀਂ ਕਹੀਏ ਟੋਟਲ ਡਿਸਟਰਬੈਂਸ ਪੈਦਾ ਕਰਨ ਵਾਲੇ ਹਨ। ਤੁਹਾਡੀ ਪੂਰੀ ਦੀ ਪੂਰੀ ਜ਼ਿੰਦਗੀ ਅਪਰੂਟਡ ਹੋ ਜਾਏ, ਹੋਰ ਤਰ੍ਹਾਂ ਦੀ ਹੋ ਜਾਏ, ਕਿਉਂਕਿ ਕੁਝ ਚੀਜ਼ਾਂ ਤੁਹਾਨੂੰ ਪਤਾ ਹੀ ਨਹੀਂ ਜੋ ਦਿਖਾਈ ਦੇਣ, ਤੇ ਕੁਝ ਚੀਜ਼ਾਂ ਜੋ ਤੁਸੀਂ ਕਦੀ ਸੋਚੀਆਂ ਵੀ ਨਹੀਂ ਸਾਹਮਣੇ ਆ ਜਾਣ, ਤਾਂ ਉਹਨਾਂ ਨੂੰ ਇੱਕ ਇੱਕ ਕਦਮ ਕਰਨਾ ਹੀ ਠੀਕ ਹੈ। ਪ੍ਰਸ਼ਨ ਓਸ਼ੋ, ਮੇਰਾ ਖਿਆਲ ਹੈ ਕਿ ਜਿਵੇਂ ਤੁਸੀਂ ਕਿਹਾ ਹੈ ਕਿ ਉਹ ਰਾਤ ਨੂੰ 15 ਮਿੰਟ ਮੈਂ ਕੌਣ ਹਾਂ, ਇਸ ਤੋਂ ਅੱਗੇ ਤੁਸੀਂ ਕੁਝ ਕਹੋਗੇ ਅਜਿਹੇ ਖਿਆਲ ਦੇ ਲਈ? ਉੱਤਰ, ਉਹ ਵੀ ਨਹੀਂ ਕਹਿੰਦਾ ਕੋਈ, ਉਹ ਵੀ ਨਹੀਂ ਕਹਿੰਦਾ 15 ਮਿੰਟ ਬੈਠ ਕੇ, ਉਹ ਵੀ ਮੈਂ ਕਹਿਣਾ ਤਦ ਇੱਕ ਅੱਧ 2 ਦਿਨ ਕੋਈ ਬੈਠ ਕੇ ਕਰ ਲੈਂਦਾ ਹੈ, ਉਹ ਵੀ ਨਹੀਂ ਕਹਿੰਦਾ ਕੋਈ, ਕਿਉਂਕਿ ਜੇ ਉਹ 1 2 3 ਮਹੀਨੇ ਕੋਈ ਮਿਹਨਤ ਨਾਲ ਕਹੇ ਤਾਂ ਉਹਦੀ ਪੂਰੀ ਦੀ ਪੂਰੀ ਜਿਗਿਆਸਾ ਬਦਲ ਜਾਏਗੀ ਫੌਰਨ। ਉਹ ਜੋ ਪ੍ਰਸ਼ਨ ਪੁੱਛੇਗਾ ਉਹ ਹੋਰ ਹੀ ਹੋਣਗੇ ਜੋ ਤੁਸੀਂ ਪੁੱਛ ਹੀ ਨਹੀਂ ਸਕਦੇ, ਕਿਉਂਕਿ ਉਹਨੂੰ ਕੁਝ ਚੀਜ਼ਾਂ ਦਿਖਾਈ ਦੇਣੀਆਂ ਸ਼ੁਰੂ ਹੋਣਗੀਆਂ ਜਿਨ੍ਹਾਂ ਦੇ ਬਾਰੇ ਉਹ ਪੁੱਛਣਾ ਸ਼ੁਰੂ ਕਰੇਗਾ, ਤੇ ਜੋ ਤੁਸੀਂ ਕਦੀ ਪੁੱਛ ਹੀ ਨਹੀਂ ਸਕਦੇ। ਯਾਨੀ ਆਦਮੀ ਕੀ ਪੁੱਛਦਾ ਹੈ ਇਹ ਦੇਖ ਕੇ ਮੈਂ ਕਹਿ ਸਕਦਾ ਕਿ ਉਹ ਕਿੱਥੇ ਹੈ, ਕਿਉਂਕਿ ਪੁੱਛੇਗਾ ਉਹ ਨਾ ਜਿੱਥੇ ਉਹ ਸੋਚ ਰਿਹਾ, ਜਿੱਥੇ ਉਹਦਾ ਸਾਰਾ ਮਨ ਖੜਾ ਹੋਇਆ। ਉਹ ਵੀ ਕੋਈ ਫਿਕਰ ਨਹੀਂ ਕਰਦਾ ਕਿ ਉਹ ਕੋਈ 3-4 ਮਹੀਨੇ ਵੀ ਤਾਕਤ ਲਗਾ ਕੇ ਕਰ ਲਵੇ, ਉਹਨਾਂ ਵੀ ਨਹੀਂ ਹੋ ਰਿਹਾ। ਉਹ ਵੀ ਜੋ ਥੋੜ੍ਹਾ ਜਿਹਾ ਹੋਵੇ ਤਾਂ ਅੱਗੇ ਗੱਲ ਕੀਤੀ ਜਾ ਸਕਦੀ ਹੈ। ਤੇ ਹੁਣ ਮੈਂ ਇੱਧਰ ਚੋਣ ਕਰ ਰਿਹਾ ਕਿ ਕੁਝ ਕੈਂਪ ਮੈਂ ਬੁਲਾਉਣਾ ਚਾਹਾਂਗਾ ਜਿਨ੍ਹਾਂ 'ਚ ਕੁਝ ਲੋਕਾਂ ਨੂੰ ਮੈਂ ਸੱਦਾ ਦਿਆਂਗਾ ਕਿ ਉਹ ਆ ਜਾਣ। ਕੋਈ ਵੀ ਨਹੀਂ ਆ ਸਕੇਗਾ, ਜਿਹਨੂੰ ਮੈਂ ਬੁਲਾਵਾਂਗਾ ਉਹ ਆ ਜਾਏ। ਤਾਂ ਮੇਰੀ ਨਜ਼ਰ 'ਚ ਉਹ ਕੁਝ ਲੋਕ ਆਉਣੇ ਸ਼ੁਰੂ ਹੋਏ ਹਨ ਜੋ ਥੋੜ੍ਹਾ ਬਹੁਤ ਕੰਮ ਕਰ ਰਹੇ ਹਨ, ਤੇ ਉਹਨਾਂ ਥੋੜ੍ਹੇ ਲੋਕਾਂ ਨਾਲ ਅੱਗੇ ਮਿਹਨਤ ਕੀਤੀ ਜਾਣੀ ਜ਼ਰੂਰੀ ਹੈ। ਕੁਝ ਕਾਰਨ ਹਨ। ਵੱਡਾ ਕਾਰਨ ਤਾਂ ਇਹ ਹੈ ਕਿ ਇੱਕ ਤਾਂ ਹਜ਼ਾਰਾਂ ਸਾਲਾਂ ਤੋਂ ਅਜਿਹਾ ਸਮਝਾਇਆ ਜਾ ਰਿਹਾ ਹੈ, ਕਿਸੇ ਦੀ ਕਿਰਪਾ ਨਾਲ ਹੋ ਜਾਏਗਾ, ਕੋਈ ਕਰ ਦੇਗਾ ਤਾਂ ਹੋ ਜਾਏਗਾ, ਕੋਈ ਗੁਰੂ ਮਿਲ ਜਾਏਗਾ ਤਾਂ ਕਰ ਦੇਗਾ। ਹਜ਼ਾਰਾਂ ਸਾਲਾਂ ਤੋਂ ਇਹ ਸਮਝਾਇਆ ਜਾ ਰਿਹਾ ਹੈ ਕਿ ਕੋਈ ਕਰ ਦੇਗਾ, ਤੁਹਾਨੂੰ ਕੁਝ ਵੀ ਕਰਨਾ ਨਹੀਂ ਪੈਣਾ, ਇਹ ਮਨ 'ਚ ਡੂੰਘਾ ਬੈਠ ਗਿਆ ਹੈ। ਦੂਜੀ ਗੱਲ, ਕੋਈ ਵੀ ਆਦਮੀ ਬਹੁਤ ਮਿਹਨਤ ਵਿੱਚੋਂ ਗੁਜ਼ਰਨਾ ਨਹੀਂ ਚਾਹੁੰਦਾ, ਤੇ ਅਜਿਹੀਆਂ ਚੀਜ਼ਾਂ ਲਈ ਜੋ ਬਹੁਤ ਸਾਫ਼-ਸਾਫ਼ ਦਿਖਾਈ ਨਾ ਦਿੰਦੀਆਂ ਹੋਣ। ਧਨ ਦਿਖਾਈ ਦਿੰਦਾ, ਆਦਮੀ ਮਿਹਨਤ ਕਰ ਲੈਂਦਾ ਹੈ। ਯਸ਼ ਦਿਖਾਈ ਦਿੰਦਾ, ਆਦਮੀ ਮਿਹਨਤ ਕਰ ਲੈਂਦਾ ਹੈ। ਅਹੁਦਾ ਦਿਖਾਈ ਦਿੰਦਾ ਹੈ, ਆਦਮੀ ਮਿਹਨਤ ਕਰ ਲੈਂਦਾ ਹੈ। ਧਰਮ ਦਾ ਮਾਮਲਾ ਅਜਿਹਾ ਦਿਖਾਈ ਬਿਲਕੁਲ ਨਹੀਂ ਦਿੰਦਾ, ਤੇ ਮਿਹਨਤ ਦੀ ਬਹੁਤ ਮੰਗ ਹੈ ਕਿ ਇੰਨੀ ਮਿਹਨਤ ਕਰੋ ਤਾਂ ਕੁਝ ਹੋਏਗਾ, ਇੰਨੀ ਮਿਹਨਤ ਕਰੋ ਤਾਂ ਦਿਖਾਈ ਦੇਗਾ ਕੁਝ। ਤਾਂ ਅਦਿੱਖ ਲਈ ਹਿੰਮਤ ਕਰਨ ਦੀ ਸਮਰੱਥਾ ਥੋੜ੍ਹੇ ਲੋਕ ਹੀ ਕਰ ਸਕਦੇ ਹੈ, ਦਿੱਖ ਲਈ ਹਿੰਮਤ ਕਰਨੀ ਬਹੁਤ ਸੌਖੀ ਗੱਲ ਹੈ। ਫਿਰ ਚਾਰੇ ਪਾਸੇ, ਸਾਡੇ ਚਾਰੇ ਪਾਸੇ ਜੋ ਲੋਕ ਕਰ ਰਹੇ ਹਨ ਉਹ ਅਸੀਂ ਕਰਦੇ ਹਾਂ। ਚਾਰੇ ਪਾਸੇ
ਕਿਉਂਕਿ ਅਸੀਂ ਆਮ ਤੌਰ ਤੇ ਖੁਦ ਕੁਝ ਵੀ ਨਹੀਂ ਕਰਦੇ। ਜੋ ਸਾਡੇ ਚਾਰੇ ਪਾਸੇ ਹੋ ਰਿਹਾ ਅਸੀਂ ਉਸੇ ਦੇ ਪੂਰਨਿਆਂ ਤੇ ਚੱਲਦੇ ਹਾਂ। ਜਿਹੋ ਜਿਹੇ ਲੋਕ ਕੱਪੜੇ ਪਹਿਨਦੇ ਆ ਅਸੀਂ ਪਹਿਨ ਲਵਾਂਗੇ, ਜੋ ਲੋਕ ਪੜ੍ਹ ਰਹੇ ਆ ਉਹ ਅਸੀਂ ਪੜ੍ਹਾਂਗੇ, ਜਿਸ ਪਿਕਚਰ ਨੂੰ ਉਹ ਦੇਖ ਰਹੇ ਆ ਅਸੀਂ ਦੇਖਾਂਗੇ। ਚਾਰੇ ਪਾਸਿਆਂ ਤੋਂ ਸਾਡਾ ਮਨ ਦੇ ਜੋ ਤਾਰ ਹਨ ਉਹ ਜਿਸ ਪਾਸੇ ਖਿੱਚੇ ਜਾਂਦੇ ਹਨ ਅਸੀਂ ਉਸੇ ਪਾਸੇ ਖਿੱਚੇ ਜਾਂਦੇ ਹਾਂ। ਜਿਵੇਂ ਕਿ ਜੇ ਹਿੰਦੁਸਤਾਨ 'ਚ ਤੁਸੀਂ ਪੈਦਾ ਹੋਏ ਤਾਂ ਤੁਸੀਂ ਹੋਰ ਤਰ੍ਹਾਂ ਦੇ ਕੰਮ ਕਰੋਗੇ, ਤੇ ਜੇ ਜਾਪਾਨ 'ਚ ਪੈਦਾ ਹੋਏ ਤਾਂ ਹੋਰ ਤਰ੍ਹਾਂ ਦੇ, ਫਰਾਂਸ 'ਚ ਪੈਦਾ ਹੋਏ ਤਾਂ ਹੋਰ ਤਰ੍ਹਾਂ ਦੇ। ਜੋ ਉੱਥੋਂ ਦੀ ਹਵਾ ਹੈ ਚਾਰੇ ਪਾਸੇ ਜੋ ਹੋ ਰਿਹਾ। ਬੁੱਧ ਤੇ ਮਹਾਵੀਰ ਜਿਹੇ ਲੋਕਾਂ ਨੇ 10-10 ਹਜ਼ਾਰ ਭਿਕਸ਼ੂ ਇਕੱਠੇ ਕੀਤੇ। ਇਕੱਠੇ ਕਰਨ ਦਾ ਕਾਰਨ ਇਹ ਨਹੀਂ ਸੀ ਕਿ 10 ਹਜ਼ਾਰ ਇਕੱਠੇ ਕਰਨ ਨਾਲ ਕੋਈ ਫਾਇਦਾ ਹੈ, ਸਿਰਫ ਫਾਇਦਾ ਇੰਨਾ ਸੀ ਕਿ ਆਮ ਆਦਮੀ 10 ਹਜ਼ਾਰ ਦਰਮਿਆਨ ਫੌਰਨ ਸਰਗਰਮ ਹੋ ਜਾਂਦਾ ਹੈ, ਜੋ ਇਕੱਲਿਆਂ ਹੋ ਹੀ ਨਹੀਂ ਸਕਦਾ। ਜਦੋਂ 10 ਹਜ਼ਾਰ ਭਿਕਸ਼ੂ ਸਾਧਨਾ 'ਚ ਲੱਗੇ ਹੋਣ ਤੇ 10 ਹਜ਼ਾਰ ਸੁਬਾਹ ਤੋਂ ਸ਼ਾਮ ਤੱਕ ਸਿਰਫ ਸਾਧਨਾ ਦੀ ਗੱਲ ਕਰ ਰਹੇ ਹੋਣ, ਜਿੱਥੇ 10 ਹਜ਼ਾਰ ਭਿਕਸ਼ੂ ਸੁਬਾਹ ਤੋਂ ਸ਼ਾਮ ਤੱਕ ਬੇਹੱਦ ਅਨੁਭਵ ਦੀਆਂ ਗੱਲਾਂ ਕਰ ਰਹੇ ਹੋਣ, ਉੱਥੇ ਤੁਸੀਂ ਜੇ ਪਹੁੰਚ ਗਏ ਤਾਂ ਬਹੁਤ ਮੁਸ਼ਕਿਲ ਹੈ ਕਿ ਤੁਸੀਂ ਉਸ ਧਾਰਾ 'ਚ ਸ਼ਾਮਲ ਹੋਣ ਤੋਂ ਬਚ ਜਾਓ। ਤੁਸੀਂ ਇਸ 'ਚ ਡੁੱਬ ਜਾਣ ਵਾਲੇ ਹੋ। ਤਾਂ ਵੱਡੇ ਆਸ਼ਰਮਾਂ ਦਾ ਤੇ ਵੱਡੇ ਸੰਗਠਨਾਂ ਦਾ ਫਾਇਦਾ ਸਿਰਫ ਇੰਨਾ ਸੀ ਕਿ ਉੱਥੋਂ ਦੀ ਪੂਰੀ ਹਵਾ, ਜਿਵੇਂ ਕਿ ਸੰਸਾਰ ਦੀ ਪੂਰੀ ਹਵਾ ਸੰਸਾਰਿਕ ਹੈ, ਤੁਸੀਂ ਇੱਥੇ ਉਹ ਕਰਨ ਲੱਗਦੇ ਹੋ ਜੋ ਦੂਜੇ ਕਰ ਰਹੇ ਹਨ। ਠੀਕ ਉੱਥੋਂ ਦੀ ਪੂਰੀ ਹਵਾ ਅਧਿਆਤਮਕ ਹੋਵੇ, ਤੁਸੀਂ ਉੱਥੇ ਉਹ ਕਰਨ ਲੱਗੋ ਜੋ ਉੱਥੇ ਚਾਰੇ ਪਾਸੇ ਹੋ ਰਿਹਾ। ਤੇ ਇੱਕ ਦਫਾ ਥੋੜੀ ਜਿਹੀ ਗਤੀ ਹੋ ਜਾਏ ਫਿਰ ਤਾਂ ਇੰਨਾ ਰਸ ਆਉਣ ਲੱਗਦਾ ਹੈ ਕਿ ਫਿਰ ਕੋਈ ਮਤਲਬ ਨਹੀਂ ਕਿ ਕੌਣ ਕਰ ਰਿਹਾ ਕਿ ਨਹੀਂ ਕਰ ਰਿਹਾ। ਤੁਹਾਡਾ ਆਪਣਾ ਆਨੰਦ ਹੀ ਤੁਹਾਨੂੰ ਖਿੱਚਣ ਲੱਗਦਾ ਹੈ। ਲੇਕਿਨ ਪਹਿਲਾ ਸਟੈਪ ਉੱਠ ਜਾਏ ਉਹਦੀ ਜ਼ਰੂਰਤ ਹੈ। ਤੇ ਇੱਧਰ ਇੰਨਾ ਲੰਮਾ ਫਾਸਲਾ ਹੋਇਆ ਹੈ ਕਿ ਆਦਮੀ ਨੂੰ ਇੰਝ ਲੱਗਣ ਲੱਗਿਆ ਕਿ ਅਧਿਆਤਮ ਪਤਾ ਨਹੀਂ ਕਿਤੇ ਮੁੱਠੀ 'ਚ ਪਕੜ ਨਹੀਂ ਆਉਂਦਾ। ਨਹੀਂ ਕਿ ਕੀ ਹੈ, ਕਿਹੜਾ ਝੰਜਟ ਵਿੱਚ ਪਏ। 1-2 ਦਿਨਾਂ 'ਚ ਵੀ ਮੁੱਠੀ ਦੀ ਪਕੜ 'ਚ ਆ ਜਾਏ ਤਾਂ ਵੀ ਕੋਈ ਝੰਜਟ 'ਚ ਪੈ ਜਾਏ। ਸਾਡੇ ਜਨਮਾਂ ਦੀ ਯਾਤਰਾ ਪ੍ਰਤੀਕੂਲ ਹੈ। ਉਲਟੇ ਸੰਸਕਾਰ ਇਕੱਠੇ ਹਨ। ਉਹਨਾਂ ਨੂੰ ਪਾਰ ਕੀਤੇ ਬਿਨਾਂ, ਉਹਨਾਂ ਨੂੰ ਤੋੜੇ ਬਿਨਾਂ ਕਿਤੇ ਗਤੀ ਹੋ ਨਹੀਂ ਸਕਦੀ। ਇੰਨਾ ਲੰਮਾ ਤੇ ਔਖਾ ਦਿਖਾਈ ਦਿੰਦਾ ਹੈ ਕਿ ਫਿਰ ਆਦਮੀ ਸੋਚਦਾ ਠੀਕ ਹੈ, ਸੁਣ ਲਓ, ਗੱਲ ਕਰ ਲਓ, ਪੜ੍ਹ ਲਓ, ਇਹ ਤੋਂ ਜ਼ਿਆਦਾ ਝੰਜਟ 'ਚ ਨਹੀਂ ਪੈਣਾ। ਹੁਣ ਇੱਕ ਬਹੁਤ ਚੰਗੇ ਆਦਮੀ ਹਨ, ਵਿਨੋਬਾ ਜੀ ਦੇ ਖਾਸ ਸਾਥੀਆਂ ਵਿੱਚੋਂ ਹਨ। ਉਹ ਕਈ ਵਾਰ ਮੇਰੇ ਕੋਲ ਆਉਂਦੇ ਸੀ, ਹੁਣ ਬੁੱਢੇ ਹੋ ਗਏ ਹਨ। ਉਹਨਾਂ ਨੂੰ ਮੈਂ ਕਿਹਾ ਕਿ ਹੁਣ ਗੱਲਬਾਤ ਤੁਸੀਂ ਬਹੁਤ ਕਰ ਚੁੱਕੇ ਹੋ। ਕਈ ਵਾਰ ਗਾਂਧੀ ਜੀ ਦੇ ਨਾਲ ਸਾਰੀ ਜ਼ਿੰਦਗੀ ਰਹੇ, ਵਿਨੋਬਾ ਜੀ ਨਾਲ ਰਹੇ, ਅਰਵਿੰਦ ਆਸ਼ਰਮ ਰਹੇ, ਰਮਨ ਦੇ ਕੋਲ, ਸਭ ਹਿੰਦੁਸਤਾਨ 'ਚ ਇੱਧਰ 50 ਸਾਲਾਂ 'ਚ ਜੋ ਵੀ ਕੁਝ ਹੋਇਆ ਹੋਏਗਾ ਉਹ ਸਭ ਤੋਂ ਜਾਣੂ ਹਨ, ਸਭ ਜਗ੍ਹਾ ਰਹੇ ਹਨ। ਤਾਂ ਗੱਲਬਾਤ ਤੁਸੀਂ ਬਹੁਤ ਕਰ ਚੁੱਕੇ ਹੋ, ਹੁਣ ਕੁਝ ਕਰੋ। ਕਿਉਂਕਿ ਹੁਣ ਉਮਰ ਬਹੁਤ ਹੋ ਗਈ ਹੈ। ਤਾਂ ਉਹਨਾਂ ਨੂੰ ਮੈਂ ਕਿਹਾ ਕਿ 21 ਦਿਨਾਂ ਦਾ ਮੈਂ ਪ੍ਰਯੋਗ ਤੁਹਾਨੂੰ ਦੱਸਦਾ, ਪਹਿਲਾਂ ਤੁਸੀਂ ਇਹ ਕਰਕੇ ਆਓ, ਫਿਰ ਮੈਂ ਅੱਗੇ ਗੱਲ ਕਰਾਂ, ਨਹੀਂ ਤਾਂ ਬੇਕਾਰ ਹੈ। ਤੁਸੀਂ ਤਾਂ ਇੰਨੇ ਲੋਕਾਂ ਨਾਲ ਗੱਲ ਕਰ ਚੁੱਕੇ ਹੋ, ਹੁਣ ਕੋਈ ਮਤਲਬ ਹੀ ਨਹੀਂ ਹੈ ਨਾ 'ਚ। ਉਹ ਮੇਰਾ ਪੂਰਾ ਪ੍ਰਯੋਗ ਸਮਝੇ ਤੇ ਮੈਨੂੰ ਕਿਹਾ ਕਿ ਇਹ ਤਾਂ ਮੈਂ ਕਰਾਂਗਾ ਨਹੀਂ, ਕਿਉਂਕਿ ਇਸ 'ਚ ਤਾਂ ਮੈਂ ਪਾਗਲ ਹੋ ਜਾਵਾਂਗਾ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਹੁਣ ਮਰਨ ਦੇ ਕਰੀਬ ਹੋ ਤੁਸੀਂ, 1-2 ਸਾਲ ਕਿੰਨੇ ਦਿਨ ਜ਼ਿੰਦਾ ਰਹੋਗੇ ਇਹ ਨਹੀਂ ਕਿਹਾ ਜਾ ਸਕਦਾ। ਇੰਨੀ ਹਿੰਮਤ ਕਰ ਲਓ, ਪਾਗਲ ਪੂਗਲ ਨਹੀਂ ਹੋ ਜਾਓਗੇ। ਪਾਗਲ ਤੁਸੀਂ ਹੋ। ਜੋ ਆਦਮੀ 50 ਸਾਲਾਂ ਤੋਂ ਲਗਾਤਾਰ ਅਧਿਆਤਮ ਦੀਆਂ ਗੱਲਾਂ ਸੁਣਦਾ ਹੋਇਆ ਘੁੰਮ ਰਿਹਾ ਹੈ ਤੇ ਇੱਕ ਪ੍ਰਯੋਗ ਨਹੀਂ ਕੀਤਾ, ਉਹ ਆਦਮੀ ਪਾਗਲ ਨਹੀਂ ਤਾਂ ਹੋਰ ਕੀ ਹੈ। ਜੇ ਇੰਝ ਹੈ ਤਾਂ ਘੁੰਮੋ ਹੀ ਨਾ। ਪਰ ਉਹ ਕਹਿਣ ਲੱਗੇ ਨਹੀਂ, ਇਹ ਮੈਂ ਨਹੀਂ ਕਰ ਸਕਦਾ, ਇਹ ਤਾਂ ਤੁਹਾਡਾ ਪੂਰਾ ਮਾਮਲਾ ਮੈਂ ਸਮਝਿਆ, ਇਸ 'ਚ 7 ਦਿਨਾਂ ਮਗਰੋਂ ਹੀ ਮੈਂ ਵਾਪਸ ਪਰਤਣ ਵਾਲਾ ਨਹੀਂ। ਮੈਂ ਤਾਂ ਗਿਆ। ਉਸ ਦਿਨ ਤੋਂ ਫਿਰ ਮੇਰੇ ਤੋਂ ਜਿਗਿਆਸਾ ਕਰਨ ਵੀ ਨਹੀਂ ਆਏ, ਕਿਉਂਕਿ ਉਹਨਾਂ ਨੇ ਕਿਹਾ ਉਹ ਸਮਝ ਗਏ ਕਿ ਮੈਂ ਕਹਾਂਗਾ ਕਿ ਉਹ ਕਰੋ, ਫਿਰ ਅੱਗੇ ਗੱਲ ਹੋਏਗੀ, ਨਹੀਂ ਤਾਂ ਗੱਲ ਨਹੀਂ ਹੋਏਗੀ। ਜਿਗਿਆਸਾ ਬਹੁਤ ਬੌਧਿਕ ਹੋ ਗਈ, ਬਿਲਕੁਲ ਇੰਟੈਲੈਕਚੁਅਲ ਹੈ। ਇੱਕ ਆਦਮੀ ਆ ਕੇ ਪੁੱਛ ਲੈਂਦਾ ਈਸ਼ਵਰ ਹੈ ਜਾਂ ਨਹੀਂ, ਉਹਨੂੰ ਕੋਈ ਮਤਲਬ ਵੀ ਨਹੀਂ ਹੈ। ਹੋਵੇ ਤਾਂ ਠੀਕ ਹੈ, ਨਾ ਹੋਵੇ ਤਾਂ ਵੀ ਠੀਕ ਹੈ। ਇੰਨਾ ਵੀ ਮਤਲਬ ਨਹੀਂ ਹੈ, ਪੁੱਛਣ ਵਿੱਚ ਵੀ ਕੋਈ ਸਾਰ ਨਹੀਂ ਹੈ। ਹੁਣੇ ਗੁਰਜੀਫ ਸੀ ਇੱਕ ਫਕੀਰ ਫਰਾਂਸ ਵਿੱਚ, ਤਾਂ ਜੋ ਵੀ ਆਦਮੀ ਆਏਗਾ ਜਿਗਿਆਸਾ ਕਰਨ ਤੋਂ ਪਹਿਲਾਂ ਉਹਨੂੰ ਬੜੇ ਝੰਜਟਾਂ 'ਚੋਂ ਗੁਜ਼ਾਰੇਗਾ ਉਹ, ਤੇ ਜਦੋਂ ਉਹ ਇੰਨੀ ਹਿੰਮਤ ਦਿਖਾਉਣ ਲਈ ਰਾਜ਼ੀ ਹੋ ਜਾਏ ਤਾਂ ਜਿਗਿਆਸਾ ਕਰ ਸਕਦਾ, ਨਹੀਂ ਤਾਂ ਨਹੀਂ ਕਰਨ ਦੇਗਾ। ਉਹ ਕਹੇਗਾ ਫਜ਼ੂਲ ਜਿਗਿਆਸਾ ਦਾ ਕੋਈ ਮਤਲਬ ਤਾਂ ਹੈ ਹੀ ਨਹੀਂ। ਇੱਧਰ ਮੈਂ ਵੀ ਜੋ ਇੰਨੀ ਗੱਲ ਕਰਦਾ ਉਹ ਕਿਸੇ ਖਿਆਲ ਨਾਲ ਕਰਦਾ ਚਲਾ ਜਾਣਾ ਕਿ ਇਸ 'ਚੋਂ ਕੁਝ ਲੋਕ ਠੀਕ ਜਿਗਿਆਸਾ ਉੱਤੇ ਆ ਜਾਣਗੇ। 1000 ਆਦਮੀ ਪੁੱਛਦੇ ਹਨ, ਕੋਈ ਇੱਕ ਆਦਮੀ ਕਰਨ ਨੂੰ ਰਾਜ਼ੀ ਹੋਏਗਾ।
ਤਾਂ 1 2 3 ਸਾਲ ਘੁੰਮਦਾ ਰਹਾਂਗਾ ਤੇ ਫਿਰ ਮੇਰੀ ਨਜ਼ਰ 'ਚ ਲੋਕ ਆਉਂਦੇ ਜਾਂਦੇ ਹਨ। ਉਹਨਾਂ ਲੋਕਾਂ ਨੂੰ ਬੁਲਾ ਕੇ ਜੋ ਕਰਨਾ ਹੈ ਉਹ ਕਰ ਲਵਾਂਗਾ। ਫਿਰ ਇੱਕ ਨੁੱਕਰ 'ਚ ਬੈਠ ਜਾਵਾਂਗਾ। ਫਿਰ ਜਿਸ ਨੇ ਜੋ ਕਰਨਾ ਉੱਥੇ ਆ ਜਾਏ। ਫਿਰ ਮੈਨੂੰ ਕਿਤੇ ਭਟਕਣ ਦੀ ਕੀ ਜ਼ਰੂਰਤ ਹੈ? ਕੋਈ ਮਕਸਦ ਨਹੀਂ। ਤੇ ਇੰਨਾ ਧਿਆਨ ਰਹੇ ਕਿ ਕਰਾਂਗੇ ਤਾਂ ਹੀ ਕੁਝ ਹੋਏਗਾ। ਕਿਸੇ ਦੇ ਕਰਨ ਨਾਲ ਕੁਝ ਹੋਣ ਵਾਲਾ ਨਹੀਂ ਹੈ, ਪਰ ਨਾ ਹਿੰਮਤ ਹੈ ਨਾ ਇੱਛਾ ਹੈ, ਕੋਈ ਕਾਮਨਾ ਵੀ ਨਹੀਂ ਹੈ ਇਹੋ ਜਿਹੀ। ਤੇ ਅਜਿਹਾ ਖਿਆਲ ਬਣਦਾ ਹੈ ਕਿ ਸਭ ਕੁਝ ਕਰਦੇ ਹੋਏ ਕਦੀ ਘੜੀ ਅੱਧੀ ਘੜੀ ਇਸ ਤਰ੍ਹਾਂ ਦੀਆਂ ਗੱਲਾਂ ਵੀ ਕੀਤੀਆਂ ਤਾਂ ਅੱਛਾ ਹੈ। ਇਸ ਤੋਂ ਜ਼ਿਆਦਾ ਨਹੀਂ ਹੈ ਕੁਝ। ਬਸ। ਧੰਨਵਾਦ।